ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 185 ਤੇ ਵਿਚਾਲੇ ਜੇ ਕਰਕੇ ਹੈ। ਜਿਨ੍ਹਾਂ ਕੋਲੇ ਮੋਬਾਈਲ ਹੈ ਮੋਬਾਈਲ ਤੇ ਵੇਖ ਲਓ, ਜਿਹਦੇ ਕੋਲੇ ਪੋਥੀ ਹੈ ਪੋਥੀ ਤੋਂ ਵੇਖ ਲਓ। ਅੱਜ ਕੱਲ੍ਹ ਮੋਬਾਈਲਾਂ ਦੇ ਵਿੱਚ ਵੀ ਸਾਰਾ ਗੁਰੂ ਗ੍ਰੰਥ ਪੜ੍ਹਾਇਆ ਜਾ ਸਕਦਾ ਹੈ। ਫਿਰ ਆਪਾਂ ਨੂੰ ਪੋਥੀਆਂ ਚੱਕਣ ਦੀ ਲੋੜ ਨਹੀਂ ਪੈਂਦੀ, ਜਿੱਥੇ ਜਾਓ ਕੋਲ ਹੀ ਸਾਰਾ ਕੁਛ ਹੈਗਾ ਮੋਬਾਈਲ 'ਚ। ਰਾਗ ਗੌੜੀ ਗੁਆਰੇਰੀ ਮਹਿਲਾ ਪੰਜਵਾਂ ਚੌਪ ਦੇ ਦੁਪਦੇ। ਰਾਗ ਦਾ ਨਾਂ ਗੌੜੀ ਗੁਆਰੇਰੀ। ਮਹੱਲਾ ਪੰਜਵਾਂ ਦਾ ਮਤਲਬ, ਮਹੱਲਾ ਦਾ ਮਤਲਬ ਹੈ ਗੁਰੂ। ਗੁਰੂ ਪੰਜਵਾਂ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ। ਜਿਹੜਾ ਮਹੱਲਾ ਉਚਾਰਨ ਹੈ ਇਹ ਅਰਬੀ ਭਾਸ਼ਾ ਦਾ ਹੈ, ਜਿਹੜਾ ਮਹਿਲਾ ਉਚਾਰਨ ਹੈ ਇਹ ਫਾਰਸੀ ਦਾ ਹੈ। ਮੀਨਿੰਗ ਦੋਨਾਂ ਦਾ ਇੱਕੋ ਹੈ, ਅਰਥ ਇੱਕੋ ਹੈ। ਕਈ ਕਹਿੰਦੇ ਨੇ ਮਹਿਲਾ ਔਰਤ ਨੂੰ ਕਹਿੰਦੇ ਨੇ, ਔਰਤ ਨੂੰ ਵੀ ਕਹਿੰਦੇ ਨੇ, ਪਰ ਉਹਦੇ ਸਪੈਲਿੰਗ ਜਿਹੜੇ ਹੁੰਦੇ ਮੰਮਾ ਹਾਹੇ ਨੂੰ ਸਿਆਰੀ ਲੱਲੇ ਨੂੰ ਕਰਨਾ ਹੁੰਦਾ ਹਿੰਦੀ 'ਚ। ਹਿੰਦੀ ਦਾ ਗਿਆਨ ਨਾ ਹੋਣ ਕਰਕੇ ਕਈ ਲੋਕ ਬਹਿਸ ਕਰਦੇ ਰਹਿੰਦੇ ਨੇ, ਨਹੀਂ ਜੀ ਮਹਿਲਾ ਮਿਹਨਤ ਔਰਤ ਹੁੰਦੀ ਹੈ। ਇੱਥੇ ਜੇ ਹਾਹੇ ਨੂੰ ਸਿਆਰੀ ਹੁੰਦੀ ਫਿਰ ਠੀਕ ਸੀ, ਫਿਰ ਇਸਤਰੀ ਲਿੰਗ ਹੋ ਜਾਣਾ ਸੀ। ਅਤੇ ਗੁਰੂ ਸਾਰੇ ਪੁਲਿੰਗ ਸਨ, ਇਸ ਲਈ ਇਸਤਰੀ ਲਿੰਗ ਨਹੀਂ ਹੋ ਸਕਦਾ। ਮਹੱਲਾ ਪੰਜਵਾਂ ਕਹੋ ਚਾਹੇ ਮਹਿਲਾ ਪੰਜਵਾਂ ਕਹੋ, ਇੱਕੋ ਹੀ ਗੱਲ ਹੈ। ਮਹੱਲਾ ਅਰਬੀ ਭਾਸ਼ਾ ਦਾ ਸ਼ਬਦ ਹੈ, ਮਹਿਲਾ ਫਾਰਸੀ ਦਾ ਹੈ। ਗੁਰਬਾਣੀ 'ਚ ਦੋਨਾਂ ਦਾ ਅਰਥ ਹੈ ਗੁਰੂ। ਇਹ ਗੁਰੂ ਲਈ ਵਰਤਿਆ ਗਿਆ, ਹੋਰ ਕਿਸੇ ਲਈ ਨਹੀਂ ਕਿਤੇ ਗੁਰਬਾਣੀ 'ਚ ਵਰਤਿਆ ਗਿਆ। ਮਹੱਲਾ ਸ਼ਬਦ ਸਿਰਫ ਗੁਰੂਆਂ ਦੇ ਨਾਲ ਲੱਗਾ ਹੋਇਆ ਹੈ। ਸੋ ਪੰਚਮ ਪਾਤਸ਼ਾਹ ਚੌਪ ਦੇ ਦੁਪਦੇ, 4 ਲਾਈਨਾਂ ਵਾਲੇ 2 ਲਾਈਨਾਂ ਵਾਲੇ। ਜਿਵੇਂ ਅਸ਼ਟਪਦੀ ਹੁੰਦੀ ਹੈ, 8 ਪਦ ਹੁੰਦੇ ਉਸ 'ਚ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਮ ਪ੍ਰਚਲਿਤ ਹੈ ਇੱਕ ਓੰਕਾਰ। ਭਾਈ ਗੁਰਦਾਸ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ, ਪੰਚਮ ਪਾਤਸ਼ਾਹ ਨੇ ਲਿਖਵਾਇਆ, ਉਹਨਾਂ ਦੀ ਬਾਣੀ 'ਚ ਦਾ ਉਚਾਰ ਲਿਖਿਆ ਏਕ ਓੰਕਾਰ। ਸੋ ਇਹਨੂੰ ਕੋਈ ਏਕ ਓੰਕਾਰ ਪੜ੍ਹਦਾ ਤਾਂ ਵੀ ਠੀਕ ਹੈ, ਇੱਕ ਓੰਕਾਰ ਪੜ੍ਹਦਾ ਤਾਂ ਵੀ ਠੀਕ ਹੈ। ਇੱਕ ਓੰਕਾਰ ਦਾ ਮਤਲਬ ਹੈ ਪਰਮਾਤਮਾ, ਜੋ ਨਿਰਗੁਣ ਸਰੂਪ ਵੀ ਹੈ ਅਤੇ ਸਰਗੁਣ ਸਰੂਪ ਵੀ ਹੈ। ਨਿਰਗੁਣ ਉਹ ਸਰੂਪ ਹੁੰਦਾ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਸਰਗੁਣ ਸਰੂਪ ਹੁੰਦਾ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਹੈ। ਗੁਰਬਾਣੀ ਕਹਿੰਦੀ ਜੋ ਦੀਸੈ ਸੋ ਤੇਰਾ ਰੂਪ। ਹੇ ਪਰਮਾਤਮਾ, ਜੋ ਅੱਖਾਂ ਨਾਲ ਦਿਸ ਰਿਹਾ ਤੂੰ ਹੀ ਹੈ। ਇਸ ਲਈ ਤੁਸੀਂ ਸਾਰੇ ਪਰਮਾਤਮਾ ਹੀ ਬੈਠੇ ਹੋਏ ਹੋ, ਸਿਰਫ ਜਿਹੜਾ ਹੈ ਉਹਦਾ ਸਰਗੁਣ ਸਰੂਪ ਆਪਾਂ ਬੈਠੇ ਹਾਂ। ਨਿਰਗੁਣ ਸਰੂਪ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਨਿਰਗੁਣ ਸਰੂਪ ਦੇ ਵੀ ਅੱਗੇ 2 ਸਰੂਪ ਨੇ। ਇੱਕ ਉਹ ਸਰੂਪ ਹੈ ਜਿਹਦਾ ਸਰੂਪ ਹੈ ਹੀ ਨਹੀਂ ਕੋਈ। ਪਰਮਾਤਮਾ ਦਾ ਅਸਲ ਵਿੱਚ ਕੋਈ ਸਰੂਪ ਨਹੀਂ ਹੈ। ਜਿਨ੍ਹਾਂ ਨੇ ਵੀ ਸਤਿਯੁਗ ਤੋਂ ਲੈ ਕੇ ਅੱਜ ਤੱਕ ਪਰਮਾਤਮਾ ਦੇ ਦਰਸ਼ਨ ਕੀਤੇ, ਉਹ ਦੱਸ ਹੀ ਨਹੀਂ ਸਕੇ ਕਿ ਪਰਮਾਤਮਾ ਕਿਹੋ ਜਿਹਾ ਹੈ। ਹੁਣ ਕਿਉਂ ਨਹੀਂ ਦੱਸ ਸਕੇ? ਪਰਮਾਤਮਾ ਵਰਗੀ ਚੀਜ਼ ਸੰਸਾਰ 'ਚ ਹੈ ਹੀ ਨਹੀਂ। ਦੱਸਣ ਲਈ ਜ਼ਰੂਰੀ ਹੁੰਦਾ ਉਹ ਜਿਹੀ ਇੱਕ ਹੋਰ ਚੀਜ਼ ਹੋਵੇ, ਵੀ ਪਰਮਾਤਮਾ ਫਲਾਣੇ ਵਰਗਾ ਹੈ, ਇਸ ਸ਼ਕਲ ਦਾ ਹੈ। ਪਰਮਾਤਮਾ ਵਰਗੀ ਹੋਰ ਕੋਈ ਚੀਜ਼ ਹੀ ਸੰਸਾਰ 'ਚ ਨਹੀਂ ਹੈ। ਇਸ ਲਈ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਦਰਸ਼ਨ ਕੀਤੇ, ਉਹ ਦੱਸ ਹੀ ਨਹੀਂ ਸਕੇ ਕਿ ਪਰਮਾਤਮਾ ਦਾ ਕੀ ਸਰੂਪ ਹੈ। ਇੱਕ ਤੇ ਉਹ ਸਰੂਪ ਹੈ।
ਦੂਸਰਾ, ਪਰਮਾਤਮਾ ਨੇ ਜਦੋਂ ਕਿਸੇ ਨੂੰ ਦਰਸ਼ਨ ਦੇਣੇ ਹੁੰਦੇ ਹਨ, ਉਹ ਫਿਰ ਨਿਰਗੁਣ ਸਰੂਪ ਤੋਂ ਸੂਖਸ਼ਮ ਸਰੂਪ ਧਾਰਦਾ ਹੈ। ਸੂਖਸ਼ਮ ਸਰੂਪ ਦਾ ਮਤਲਬ ਹੈ ਕਿ ਉਹ ਸਰੂਪ ਹੱਥ 'ਚ ਨਹੀਂ ਆਉਂਦਾ, ਉਂਝ ਹੁੰਦਾ। ਜਿਵੇਂ ਇੱਥੇ ਗੁਰੂ ਮਹਾਰਾਜ ਭਗਤ ਆਉਣ ਤਾਂ ਆਪਾਂ ਨੂੰ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ, ਉਹ ਸਾਨੂੰ ਜਿਹੜਾ ਹੈ ਸੂਖਸ਼ਮ ਸਰੀਰ 'ਚ ਦਿਸਣਗੇ। ਪਤਾ ਲੱਗੇਗਾ ਫਲਾਣਾ ਗੁਰੂ ਮਹਾਰਾਜ ਆ ਗਏ, ਫਲਾਣਾ ਭਗਤ ਆ ਗਿਆ, ਫਲਾਣਾ ਸੰਤ ਆ ਗਿਆ ਹੈ। ਪਰ ਜੋ ਤੁਹਾਡੇ ਕੋਲ ਆ ਕੇ ਖੜ ਵੀ ਜਾਣ ਅਤੇ ਤੁਸੀਂ ਹੱਥ ਲਾਓ, ਉਹਨਾਂ ਨੂੰ ਹੱਥ ਨਹੀਂ ਲੱਗੇਗਾ, ਕਿਉਂਕਿ ਸੂਖਸ਼ਮ ਸਰੀਰ ਹੈ। ਜਦੋਂ ਭਜਨ ਬੰਦਗੀ ਕਿਸੇ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜੇ ਭਗਤ ਨਾਮ ਦੇ ਵਰਗਿਆਂ ਦੀ, ਭਗਤ ਧੰਨਾ ਜੀ ਦੇ, ਉਦੋਂ ਪਰਮਾਤਮਾ ਫਿਰ ਸਥੂਲ ਰੂਪ ਧਾਰਦਾ ਹੈ। ਉਹਨੂੰ ਹੱਥ ਲਾਇਆ ਜਾ ਸਕਦਾ ਹੈ, ਉਸ ਨੂੰ ਛੋਇਆ ਜਾ ਸਕਦਾ ਹੈ। ਤਾਂ ਧੰਨਾ ਭਗਤ ਜੀ ਨੇ ਪਰਮਾਤਮਾ ਨੂੰ ਸਥੂਲ ਰੂਪ 'ਚ ਪ੍ਰਗਟ ਕਰਕੇ ਲੰਗਰ ਛਕਾਇਆ ਸੀ। ਸੂਖਸ਼ਮ ਰੂਪ ਦੇ ਵਿੱਚ ਉਹ ਲੰਗਰ ਨਹੀਂ ਛਕ ਸਕਦੇ। ਛਕਦੇ ਹੋਏ ਆਪਾਂ ਨੂੰ ਵਿਖਾਈ ਦੇਣਗੇ, ਪਰ ਰੋਟੀਆਂ ਜੇ ਤੁਸੀਂ 4 ਰੱਖੀਆਂ ਥਾਲੀ 'ਚ, ਉਹਨਾਂ ਦੇ ਛਕਣ ਤੋਂ ਬਾਅਦ ਵੀ ਉਹ 4 ਹੀ ਰੋਟੀਆਂ ਹੋਣਗੀਆਂ। ਸੂਖਸ਼ਮ ਸਰੀਰ ਤੁਹਾਨੂੰ ਲੱਗੇਗਾ ਉਹ ਲੰਗਰ ਛਕ ਰਹੇ ਨੇ, ਪਰ ਰੋਟੀਆਂ ਦਾਲ ਸਬਜ਼ੀ ਉਨੀ ਹੀ ਰਹੇਗੀ। ਜੇ ਉਹ ਸਥੂਲ ਸਰੀਰ ਧਾਰਨ ਕਰ ਲੈਣ, ਭਗਤ ਨਾਮਦੇਵ ਤਾਂ ਹੀ ਪਤਾ ਲੱਗਣਾ ਜਦੋਂ ਉਹਨੇ ਦੁੱਧ ਪੀਤਾ, ਵਿੱਚ ਦੁੱਧ ਘਟ ਗਿਆ, ਦੁੱਧ ਘਟ ਗਿਆ। ਭਗਤ ਨਾਮਦੇਵ ਜੀ ਪਰਮਾਤਮਾ ਸਰੀਰ ਰੂਪ ਧਾਰਨ ਕਰਕੇ ਦੁੱਧ ਪੀਤਾ। ਭਗਤ ਧੰਨਾ ਜੀ ਦੇ ਜਿਹੜੇ ਪ੍ਰਸ਼ਾਦੇ ਛਕੇ, ਸਥੂਲ ਸਰੀਰ ਧਾਰਨ ਕਰਕੇ ਛਕੇ। ਉਹ ਤਾਂ ਬਹੁਤ ਭਜਨ ਬੰਦਗੀ ਕਿਸੇ ਦੀ ਹੋਵੇ ਤਾਂ ਕਿਤੇ ਉਸ ਨੂੰ ਸਥੂਲ ਰੂਪ 'ਚ ਦਰਸ਼ਨ ਹੁੰਦੇ ਹਨ। ਸੋ ਪਰਮਾਤਮਾ ਜਿਹੜਾ ਹੈ, ਇੱਕ ਓਂਕਾਰ ਦਾ ਮਤਲਬ ਪਰਮਾਤਮਾ ਨਿਰਗੁਣ ਵੀ ਹੈ, ਜੋ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਸਰਗੁਣ ਵੀ ਹੈ, ਜੋ ਸਾਨੂੰ ਅੱਖਾਂ ਨਾਲ ਦਿਸਦਾ ਹੈ। ਉਹ ਪਰਮਾਤਮਾ ਜਿਹੜਾ ਹੈ ਸਤਿਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ, ਹਿੰਦੀ ਦਾ ਸ਼ਬਦ ਹੈ ਕਿਰਪਾ। ਉਹ ਸਤਿਗੁਰੂ ਦੇ ਭਾਵ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅੱਗੇ ਕਹਿੰਦੇ, ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤਿਸ ਸਿਉ ਮਨ ਰਚਨਾ। ਜੋ ਪਰਾਇਆ ਹੈ, ਮਨੁੱਖ ਉਸ ਨੂੰ ਆਪਣਾ ਸਮਝ ਰਿਹਾ ਹੈ। ਸਾਡਾ ਇੱਥੇ ਕੁਛ ਵੀ ਨਹੀਂ ਹੈ। ਜਿਸ ਨੂੰ ਇਸੇ ਮੇਰਾ ਘਰ, ਮੇਰੇ ਬੱਚੇ, ਮੇਰੀ ਘਰਵਾਲੀ, ਮੇਰਾ ਪਤੀ, ਮੇਰਾ ਭਰਾ, ਮੇਰੀ ਭੈਣ, ਪਰਮਾਤਮਾ ਕਹਿੰਦਾ ਇਹ ਸਭ ਮੇਰੇ ਨੇ। ਇਹ ਤਾਂ ਮੈਂ ਤੁਹਾਨੂੰ ਵੈਸੇ ਵਰਤਣ ਲਈ ਕੁਝ ਸਮੇਂ ਲਈ ਦਿੱਤੇ ਹੋਏ ਨੇ, ਇਹ ਤੁਹਾਡੇ ਨਹੀਂ, ਇਹ ਮੇਰੇ ਨੇ। ਜਿਹੜੀ ਚੀਜ਼ ਸਾਡੇ ਕੋਲ ਸਦਾ ਨਹੀਂ ਰਹਿਣੀ, ਜਿਸ ਨੇ ਸਾਨੂੰ ਛੱਡ ਜਾਣਾ ਜਾਂ ਜਿਸ ਨੂੰ ਅਸੀਂ ਛੱਡ ਜਾਣਾ ਹੈ, ਉਹ ਪਰਾਇਆ, ਉਹਨੂੰ ਮਨੁੱਖ ਆਪਣਾ ਸਮਝੀ ਬੈਠਾ। ਜੋ ਤਾਜ ਛੋੜਨ, ਜਿਹੜਾ ਛੱਡ ਕੇ ਚਲੇ ਜਾਣਾ ਹੈ, ਤਿਸ ਮਨ ਰਚਨਾ, ਸਾਡਾ ਮਨ ਉਸ 'ਚ ਲੱਗਾ ਹੋਇਆ ਹੈ। ਜਿਸ ਨੂੰ ਅਸੀਂ ਛੱਡ ਕੇ ਚਲੇ ਜਾਣਾ ਹੈ, ਉਹਦੇ ਸਾਡਾ ਮਨ ਲੱਗਾ ਹੋਇਆ ਹੈ। ਕਹੋ ਗੁਸਾਈ ਮਿਲੀਏ ਕਿ ਜੋ ਬਿਵਰਜਿਤ ਤਿਸਿਉ ਨੇ। ਨੇ ਜਿਹੜਾ ਸ਼ਬਦ ਹੈ, ਇਹਦੇ 3 ਸਰੂਪ ਗੁਰਬਾਣੀ 'ਚ ਆਉਂਦੇ ਨੇ। ਪੂਰਾ ਹੈ ਅਸਨੇਹ, ਉਦੋਂ ਛੋਟਾ ਹੈ ਸਨੇਹ, ਉਦੋਂ ਛੋਟਾ ਹੈ ਨੇ। ਅਰਥ ਤਿੰਨਾਂ ਦਾ ਹੀ ਪਿਆਰ ਹੈ, ਅਰਥ ਤਿੰਨਾਂ ਦਾ ਹੀ ਪਿਆਰ ਹੈ। ਹਿੰਦੀ 'ਚ ਜਿਹੜਾ ਸਨੇਹ ਸ਼ਬਦ ਹੈ, ਪੰਜਾਬੀ ਦਾ ਪਿਆਰ ਸ਼ਬਦ ਹੈ, ਹਿੰਦੀ ਦਾ ਸ਼ਬਦ ਹੈ ਸਨੇਹ। ਅੱਧਾ ਸੱਸਾ ਨੰਨੇ ਨੂੰ ਲਾ ਹਾਹਾ, ਹਿੰਦੀ 'ਚ ਇਸ ਤਰ੍ਹਾਂ ਪੈਂਦਾ ਸਨੇਹ। ਜਿੰਨੇ ਸ਼ਬਦ ਵੀ ਅੱਧੇ ਅੱਖਰ ਨਾਲ ਆਏ ਨੇ ਹਿੰਦੀ ਦੇ ਗੁਰਬਾਣੀ ਵਿੱਚ, ਉਹਨਾਂ ਦੇ ਅੱਗੇ ਆੜਾ ਲੱਗਾ ਹੋਇਆ। ਗੁਰਬਾਣੀ 'ਚ ਸਨੇਹ ਨੂੰ ਕੀ ਲਿਖਿਆ? ਅਸਨੇਹ। ਉਹ ਲਿਖਿਆ ਅਸਨੇਹ।
ਇੱਥੇ ਆੜਾ ਵਿਰੋਧੀ ਸ਼ਬਦ ਨਹੀਂ ਸਮਝ ਲੈਣਾ ਵੀ ਸਨੇਹ ਦਾ ਵਿਰੋਧੀ ਸ਼ਬਦ ਹੈ ਅਸਨੇਹ, ਨਹੀਂ। ਸਨੇਹ ਹਿੰਦੀ 'ਚ ਅੱਧੇ ਸੱਸੇ ਨੇ ਲਿਖਿਆ ਜਾਂਦਾ, ਜਦੋਂ ਗੁਰਬਾਣੀ 'ਚੋਂ ਆਉਂਦਾ ਤਾਂ ਅੱਗੇ ਆੜਾ ਲੱਗਦਾ ਅਸਨੇਹ, ਮੀਨਿੰਗ ਹੈ ਸਨੇਹ। ਉਸ ਤੋਂ ਛੋਟਾ ਹੈ ਨੇ, ਅਰਥ ਹੈ ਸਨੇਹ। ਸੋ ਤਾਂ ਕਹਿੰਦੇ ਕਹੋ ਗੁਸਾਈ ਮਿਲੀਏ ਕਿ ਮੈਨੇ ਕਿਸ ਤਰ੍ਹਾਂ, ਕਿ ਦੱਸੋ ਵੀ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ। ਜੋ ਵਿਵਰਜਿਤ, ਜਿਹੜੀ ਚੀਜ਼ ਨੂੰ ਮਨਾ ਕੀਤਾ ਸਾਨੂੰ, ਤਿਸ ਨੇ, ਉਹਦੇ ਨਾਲ ਸਾਡਾ ਪਿਆਰ ਹੈ, ਉਹਦੇ ਨਾਲ ਸਾਡਾ ਪਿਆਰ। ਅਸੀਂ ਬੱਚੇ ਨੂੰ ਕਹਿੰਦੇ ਹਾਂ ਤੂੰ ਮਾੜੀ ਸੰਗਤ ਨਾ ਕਰ, ਉਹ ਫਿਰ ਜਾਂਦਾ ਮੁੜ ਕੇ ਜਾਂਦਾ। ਵਿਵਰਜਿਤ ਹੈ ਮਨਾ, ਜਿਸ ਚੀਜ਼ ਤੋਂ ਸਾਨੂੰ ਮਨਾ ਕੀਤਾ ਗਿਆ, ਭਾਈ ਸ਼ਰਾਬ ਨਹੀਂ ਪੀਣੀ, ਹਰਾਮ ਦੀ ਕਮਾਈ ਨਹੀਂ ਕਰਨੀ, ਬਦਫੈਲੀਆਂ ਨਹੀਂ ਕਰਨੀਆਂ, ਕੌੜਾ ਨਹੀਂ ਬੋਲਣਾ, ਅਸੀਂ ਮੁੜ ਕੇ ਉਹੀ ਕਰਦੇ। ਫਿਰ ਰੱਬ ਕਦੇ ਕਿਵੇਂ ਮਿਲੇਗਾ ਬਈ? ਜਿਹੜੀ ਚੀਜ਼ ਮਨਾ ਕੀਤੀ ਹੈ ਅਸੀਂ ਮੁੜ ਕੇ ਉਹੀ ਕਰਦੇ ਹਾਂ, ਇਸ ਲਈ ਰੱਬ ਕਿਵੇਂ ਮਿਲ ਸਕਦਾ? ਨਹੀਂ ਮਿਲਦਾ। ਗੁਰਬਾਣੀ ਨੇ ਜਿਸ ਗੱਲ ਤੋਂ ਸਾਨੂੰ ਮਨਾ ਕੀਤਾ ਹੈ, ਬਸ ਉਹ ਕੰਮ ਅਸੀਂ ਨਹੀਂ ਕਰਨਾ, ਤਾਂ ਰੱਬ ਮਿਲੇਗਾ। ਝੂਠ ਬਾਤ ਸੱਚ ਕਰ ਜਾਤੀ, ਜਿਹੜੀ ਗੱਲ ਝੂਠੀ ਹੈ ਉਹਨੂੰ ਮਨੁੱਖ ਸੱਚੀ ਸਮਝਦਾ ਹੈ, ਉਹਨੂੰ ਸੱਚੀ ਸਮਝਦਾ। ਸਤ ਹੋਵਨ ਮਨ ਲੱਗੇ ਨਾ ਰਾਤੀ, ਰਾਤੀ ਬਨੇ ਰਤੀ ਭਰਵੇ। ਜੋ ਸੱਚ ਹੋਣੇ, ਜੋ ਹੋ ਕੇ ਰਹਿਣੇ, ਮਨ ਉੱਥੇ ਲੱਗਦਾ ਹੀ ਨਹੀਂ ਹੈ। ਹੋ ਕੇ ਰਹਿਣਾ ਕੀ ਹੈ? ਬਈ ਮੌਤ ਹੋ ਕੇ ਹੀ ਰਹਿਣੀ, ਇਹਨੂੰ ਮਨ ਮੰਨਣ ਲਈ ਤਿਆਰ ਨਹੀਂ ਹੈ। ਉਹ ਕਹਿੰਦਾ ਦੂਜਾ ਮਰਨਾ, ਮੈਂ ਕਿਹੜਾ ਮਰਨਾ, ਇਹ ਪਤਾ ਨਹੀਂ ਕਦੋਂ ਚੱਲ ਜਾਣਾ। ਵੱਡੇ ਛੋਟੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਵੱਡਾ ਪਹਿਲਾਂ ਜਾਊਗਾ, ਛੋਟੇ ਦੀ ਪਹਿਲਾਂ ਵਾਰੀ ਆ ਸਕਦੀ ਹੈ। ਜੋ ਝੂਠ ਹੈ ਉਹਨੂੰ ਇਹ ਸੱਚ ਸਮਝੀ ਬੈਠਾ ਹੈ, ਅਤੇ ਜੋ ਸੱਚ ਹੈ ਉਸ ਨੂੰ ਇਹ ਝੂਠ ਸਮਝੀ ਬੈਠਾ। ਕੁਝ ਇਹਦਾ ਮਨ ਨਹੀਂ ਲੱਗਦਾ, ਮਨ 'ਚ ਇਹਨੂੰ ਗੱਲ ਜੱਚਦੀ ਨਹੀਂ ਹੈ। ਬਾਵੇਂ ਮਾਰਗ ਟੇਢਾ ਚੱਲਣਾ, ਸਿੱਧਾ ਛੋੜ ਅਪੂਠਾ ਬੁਣਨਾ। ਗਲਤ ਤਰੀਕੇ ਨਾਲ ਜਾਂਦਾ, ਗਲਤ ਰਸਤੇ ਜਾਂਦਾ, ਬਾਵੇਂ ਮਾਰਗ, ਇਹ ਗਲਤ ਰਾਹ 'ਤੇ ਜਾਂਦਾ ਹੈ, ਟੇਢਾ ਚੱਲਦਾ ਹੈ। ਇਹ ਨਹੀਂ ਕਿ ਤੁਰਦਾ ਟੇਢਾ, ਨਹੀਂ, ਭੈੜੇ ਪਾਸੇ ਨੂੰ ਜਾਂਦਾ ਹੈ। ਇਹ ਜਿਹੜੇ ਪਾਸੇ ਨਹੀਂ ਜਾਣਾ ਚਾਹੀਦਾ ਉਸ ਪਾਸੇ ਜਾਂਦਾ, ਇਹ ਭੈੜੇ ਪਾਸੇ ਜਾਂਦਾ ਹੈ, ਮਾੜੇ ਕਰਮ ਕਰਦਾ ਹੈ। ਸਿੱਧਾ ਛੋੜ ਅਪੂਠਾ ਬੁਣਨਾ, ਸਿੱਧਾ ਛੱਡ ਕੇ ਪੁੱਠਾ ਬੁਣ ਰਿਹਾ ਹੈ। ਜੇ ਤੁਸੀਂ ਸਿੱਧੀ ਕਮੀਜ਼ ਨਾ ਪਾਓ ਤੇ ਪੁੱਠੀ ਪਾ ਲਓ। ਮਨੁੱਖ ਪੁੱਠੇ ਕੰਮ ਕਰਦਾ, ਸਿੱਧੇ ਕੰਮ ਨਹੀਂ ਕਰਦਾ, ਪੁੱਠੇ ਕੰਮ ਕਰਦਾ, ਸਿੱਧੇ ਪਾਸੇ ਨਹੀਂ ਜਾਂਦਾ, ਪੁੱਠੇ ਪਾਸੇ ਜਾਂਦਾ ਹੈ। ਸਿੱਧਾ ਪਾਸਾ ਹੈ ਸਤ ਸੰਗਤ ਦਾ, ਪੁੱਠਾ ਪਾਸਾ ਠੇਕੇ ਦਾ। ਸਤ ਸੰਗਤ 'ਚ ਲੋਕ ਘੱਟ ਹੁੰਦੇ, ਠੇਕੇ ਪਹੁੰਚ ਜਾਂਦੇ ਨੇ। ਕਦੇ ਕਦੇ ਰਾਤ ਨੂੰ ਬਹੁਤ ਹੀ ਘੱਟ ਘਰੋਂ ਨਿਕਲਦਾ, ਕਦੇ ਕਦੇ ਜਾਣਾ ਪੈਂਦਾ, ਕਦੇ ਰਾਤ, ਕਦੇ ਕਿਤੇ ਠੇਕਾ ਨਜ਼ਰ ਹੀ ਆ ਜਾਂਦਾ ਹੈ। ਮੈਂ ਦੇਖਦਾ ਸੀ ਉਹਨਾਂ ਚਾਨਣ ਗੁਰਦੁਆਰੇ ਕਰ ਹੀ ਨਹੀਂ ਸਕਦੇ ਜਿੰਨਾ ਠੇਕੇ ਵਾਲਾ ਕੀਤਾ ਹੁੰਦਾ। ਦੂਰੋਂ ਕਿਹੜੀ ਬੋਤਲ ਹੈ, ਕਿਹੜੇ ਮਾਰਕੇ ਦੀ, ਦੂਰੋਂ ਦਿਸਦਾ ਹੈ। ਇਹ ਬੈਗ ਪਾਈਪਰ ਹੈ, ਇਹ ਫਲਾਣਾ ਹੈ। ਹਾਂਜੀ, ਗੁਰਦੁਆਰੇ 'ਚ ਉਹਨਾਂ ਚਾਨਣ ਹੀ ਨਹੀਂ ਅਸੀਂ ਕਰ ਸਕਦੇ ਜਿੰਨਾ ਠੇਕੇ ਵਾਲਾ ਕੀਤਾ ਹੁੰਦਾ। ਸੋ ਬੰਦਾ ਸਿੱਧੇ ਪਾਸੇ ਨਹੀਂ ਜਾਂਦਾ, ਇਹ ਪੁੱਠੇ ਪਾਸੇ ਜਾਂਦਾ। ਜਿੱਥੋਂ ਗੁਰੂ ਮਨ ਨੂੰ ਨਾ ਕੀਤਾ ਹੈ ਉਧਰ ਨੂੰ ਜਾਂਦਾ ਹੈ। ਇਸ ਲਈ ਗੱਲ ਬਣਦੀ ਨਹੀਂ ਕੋਈ। ਦੋਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ, ਦੋ ਹੀ ਸਿਰੇ ਨੇ, ਠੀਕ ਹੈ, ਇੱਕ ਸਿੱਧਾ ਤੇ ਇੱਕ ਪੁੱਠਾ। ਜਾਂ ਸਿੱਧੇ ਰਾਹ ਚੱਲ ਪੋ
ਤੇ ਜਾਂ ਫਿਰ ਪੁੱਠੇ ਰਾਹ ਚੱਲ ਪਏ। ਹੁਣ ਮਾਲਕ ਦੇ ਦੋਨਾਂ ਸਿਰਿਆਂ ਦਾ ਆਪ ਹੀ ਹੈ। ਪ੍ਰਮਾਤਮਾ ਆਪ ਹੀ ਦੋਨਾਂ ਸਿਰਿਆਂ ਦਾ ਮਾਲਕ ਹੈ, ਕਿਉਂਕਿ ਗੁਰਬਾਣੀ ਕਹਿੰਦੇ ਜਿਤ ਜਿਤ ਲਾਵੋ ਤਿਤ ਤਿਤ ਲਗਣਾ। ਜਿਸ ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੋਇਆ ਉਹ ਉਸੇ ਪਾਸੇ ਲੱਗਾ ਹੋਇਆ ਹੈ। ਪਰਮਾਤਮਾ ਸਾਡੇ ਪਿਛਲੇ ਜਨਮਾਂ ਦੇ ਕਰਮ ਵੇਖਦਾ ਹੈ। ਉਹ ਕਰਮ ਵੇਖ ਕੇ ਫਿਰ ਸਾਨੂੰ ਕਿਸੇ ਨਾ ਕਿਸੇ ਕੰਮ 'ਤੇ ਲਾਉਂਦਾ ਹੈ। ਕਰਮ ਨੇ ਹਨੂੰਮਾਨ ਜੀ ਬਹੁਤ ਵੱਡੇ ਭਗਤ ਰਾਮਚੰਦਰ ਜੀ ਦੇ ਹੋਏ। ਪਹਿਲਾਂ ਤਾਂ ਪੁਲ ਬਣਾਇਆ ਉਹਨਾਂ ਨੇ ਸਮੁੰਦਰ ਦੇ ਉੱਤੇ, ਪੱਥਰ ਲਿਆ ਕੇ ਸੁੱਟੇ। ਫਿਰ ਸੀਤਾ ਨੂੰ ਲੈ ਕੇ ਅਸੀਂ ਚੱਕੇ। ਰਾਮਚੰਦਰ ਜੀ ਨੇ ਭੇਜਿਆ ਜਾ ਪਤਾ ਕਰਕੇ ਆ। ਉਸਨੇ ਸਾਰਾ ਜਿਹੜਾ ਬਾਗ ਸੀ ਰਾਵਣ ਦਾ ਉਜਾੜਤਾ, ਪੱਟਤਾ। ਰਾਵਣ ਦਾ ਕਿਲਾ ਜਿੱਥੇ ਉਹਦਾ ਉਹ ਢਾਹਤਾ। ਬੜੀ ਸਹਾਇਤਾ ਕੀਤੀ। ਜਦੋਂ ਲਛਮਣ ਜੀ ਬੇਸੁਰਤ ਹੋ ਗਏ ਤਾਂ ਵੈਦਾਂ ਨੇ ਕਿਹਾ ਸੰਜੀਵਨੀ ਬੂਟੀ ਚਾਹੀਦੀ ਹੈ, ਉਹ ਫਲਾਣੇ ਪਹਾੜ 'ਤੇ ਹੈ। ਜਦੋਂ ਹਨੂੰਮਾਨ ਜੀ ਉੱਥੇ ਗਏ ਉਹ ਸਾਰਾ ਪਹਾੜ ਚਮਕੇ। ਉਹਨਾਂ ਨੂੰ ਸਮਝਣਾ ਹੈ ਵੀ ਇਹ ਸੰਜੀਵਨੀ ਬੂਟੀ ਕਿਹੜੀ ਹੈ, ਚਾਹੀਦੀ ਛੇਤੀ ਸੀ, ਉਹ ਸਾਰਾ ਪਹਾੜ ਹੀ ਚੱਕ ਲਿਆ। ਭਾਵ ਹਨੂੰਮਾਨ ਨੇ ਇਤਨੀ ਸਹਾਇਤਾ ਰਾਮਚੰਦਰ ਜੀ ਦੀ ਕੀਤੀ। ਚਲੋ ਲੜਾਈ ਜਿੱਤ ਗਏ, ਵਾਪਸ ਅਯੁੱਧਿਆ ਆਏ। ਸਾਰਿਆਂ ਨੂੰ ਦੇਣਾ ਸੀ ਕੁਝ ਨਾ ਕੁਝ, ਬਈ ਜਿਨ੍ਹਾਂ ਨੇ ਸਹਾਇਤਾ ਕੀਤੀ ਸੀ। ਕਿਸੇ ਨੂੰ ਕੁਛ ਦੇ ਰਿਹਾ, ਕਿਸੇ ਨੂੰ ਕੁਛ ਦੇ ਰਿਹਾ। ਜਦੋਂ ਹਨੂੰਮਾਨ ਜੀ ਦੀ ਵਾਰੀ ਆਈ ਉਹਨਾਂ ਨੇ ਸਿਰਫ ਇੱਕ ਕੱਛੀ ਦੇਤੀ ਪਾਉਣ ਨੂੰ। ਦੂਜੇ ਪੁੱਛਦੇ ਮਹਾਰਾਜ ਜੀ ਇਹ ਐਡਾ ਵੱਡਾ ਤੁਹਾਡਾ ਭਗਤ, ਇਹਨੇ ਇੰਨੀ ਤੁਹਾਡੀ ਸਹਾਇਤਾ ਕੀਤੀ, ਇਸ ਨੂੰ ਸਿਰਫ ਤੁਸੀਂ ਕੱਛੀ ਦਿੱਤੀ ਹੈ। ਕਹਿੰਦੇ ਇਹਦੇ ਕਰਮਾਂ ਕਾਰਨ ਦਿੱਤੀ ਹੈ। ਇਹ ਪਿਛਲੇ ਜਨਮ ਦੇ ਵਿੱਚ ਜਿਹੜਾ ਲੁੱਟਾਂ ਖੋਹਾਂ ਕਰਦਾ ਸੀ, ਰਾਹ ਦੇ ਕੋਲ ਖਲੋ ਜਾਂਦਾ ਸੀ ਡਾਂਗ ਲੈ ਕੇ। ਜਿਹੜਾ ਕੋਈ ਲੰਘਦਾ ਸੀ ਕੱਛਾ ਰਹਿਣ ਦਿੰਦਾ, ਬਾਕੀ ਸਾਰੇ ਕੱਪੜੇ ਲੁਆ ਲੈਂਦਾ ਸੀ। ਸਿਰਫ ਕੱਛਾ ਉਹਦੇ ਲੱਕ 'ਚ ਰਹਿੰਦਾ, ਬਾਕੀ ਸਾਰੇ ਕੱਪੜੇ ਲਾ ਦੇ ਸਾਰੇ ਕੱਪੜੇ। ਇਸ ਲਈ ਕਹਿੰਦੇ ਪਿਛਲੇ ਕਰਮ ਨੂੰ ਵੇਖ ਕੇ ਨਾ, ਪਿਛਲੇ ਜਨਮ ਦਿਨ ਇਹਨੂੰ ਕੱਛਾ ਹੀ ਦਿੱਤਾ ਵੀ ਤੂੰ ਕੱਛੇ ਰਹਿਣ ਦਿੰਦਾ ਸੀ, ਆਹ ਲੈ ਤੈਨੂੰ ਕੱਛੇ ਮਿਲੇ, ਕੱਪੜੇ ਤੂੰ ਸਾਰੇ ਲੁਆ ਲੈਂਦਾ ਸੀ, ਤੈਨੂੰ ਕੋਈ ਕੱਪੜੇ ਨਹੀਂ ਮਿਲਦੇ। ਇਹ ਜਿਹੜੇ ਕਰਮ ਮਨੁੱਖ ਕਰਦਾ ਨਾ, ਇਹ ਛੇਤੀ ਛੇਤੀ ਨਹੀਂ ਮਿਟਦੇ, ਇਹ ਭੋਗਣੇ ਪੈਂਦੇ ਨੇ। ਫਿਰ ਜੇ ਕਰਮ ਭੋਗਣੇ ਪੈਂਦੇ ਫਿਰ ਬੰਦਾ ਜਿਹੜਾ ਹੈ ਔਖਾ ਹੁੰਦਾ। ਪਰ ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਹੁਣ ਸਵਾਲ ਪੈਦਾ ਹੁੰਦਾ ਹੈ, ਕਰਮ ਤੇ ਪਿਛਲੇ ਜਨਮ 'ਚ ਹੋ ਗਿਆ, ਹੁਣ ਕੀਤਾ ਕੀ ਜਾਵੇ, ਕੀਤਾ ਕੀ ਜਾਏ। ਬਾਣੀ ਕਹਿੰਦੀ ਹੈ ਤੁਸੀਂ ਬਾਣੀ ਪੜ੍ਹੋ, ਨਾਮ ਜਪੋ। ਇਹਦੇ ਨਾਲ ਕੀ ਹੈਗਾ, ਤੁਹਾਡੇ ਪਿਛਲੇ ਜਨਮ ਦਾ ਮਾੜਾ ਕਰਮ ਕੱਟਣਾ ਸ਼ੁਰੂ ਹੋ ਜਾਏਗਾ। ਹੌਲੀ ਹੌਲੀ ਉਹ ਕਰਮ ਜਿਸ ਕਾਰਨ ਤੁਹਾਨੂੰ ਦੁੱਖ ਜਾਂ ਗਰੀਬੀ ਮਿਲੀ ਹੋਈ ਹੈ, ਉਹ ਕਰਮ ਘਟ ਜਾਏਗਾ ਅਤੇ ਤੁਹਾਡੀ ਕਿਸਮਤ ਪਹਿਲਾਂ ਨਾਲੋਂ ਚੰਗੀ ਹੋ ਜਾਏਗੀ। ਹੋਰ ਕੋਈ ਢੰਗ ਤਰੀਕਾ ਨਹੀਂ ਹੋ। ਇਸ ਲਈ ਬਾਣੀ ਪੜ੍ਹਦੇ ਰਿਹਾ ਕਰੋ, ਨਾਮ ਜਪਦੇ ਰਿਹਾ ਕਰੋ। ਤੁਹਾਡੀ ਬੈਡ ਲੱਕ ਤੋਂ ਹੌਲੀ ਹੌਲੀ ਗੁੱਡ ਲੱਕ ਹੋ ਜਾਏਗੀ। ਜੇ ਪਹਿਲੇ ਗੁੱਡ ਹੈ ਤਾਂ ਬੈਟਰ ਹੋ ਜਾਏਗੀ, ਬੈਟਰ ਹੈ ਬੈਸਟ ਹੋ ਜਾਏਗੀ। ਪਿੱਛੇ ਵੀ ਕਿਸਮਤ ਅਸੀਂ ਆਪ ਹੀ ਬਣਾਈ ਹੈ ਅਤੇ ਹੁਣ ਵੀ ਆਪ ਹੀ ਬਣਾਉਣੀ ਹੈ। ਅਤੇ ਜਦੋਂ ਆਪ ਹੀ ਬਣਾਉਣੀ ਹੈ ਤਾਂ ਫਿਰ ਚੰਗੇ ਕੰਮ ਕਰੋ, ਅਤੇ ਜਿਹੜੇ ਪਿਛਲੇ ਜਨਮਾਂ 'ਚ ਮਾੜੇ ਹੋ ਗਏ ਨੇ ਉਹ ਬਾਣੀ ਪੜ੍ਹ ਪੜ੍ਹ ਕੇ, ਨਾਮ ਜਪ ਜਪ ਕੇ ਉਹਨਾਂ ਨੂੰ ਬਦਲਾ ਲਓ। ਬਸ ਹੋਰ ਤਾਂ ਕੋਈ ਢੰਗ ਤਰੀਕਾ ਕੋਈ ਨਹੀਂ ਹੈ। ਸੋ ਗੁਰੂ ਮਹਾਰਾਜ ਕਹਿੰਦੇ ਦੋਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ। ਇਹ ਚੰਗੇ ਮੰਦੇ ਪਾਸੇ ਦਾ ਮਾਲਕ ਤੇ ਪਰਮਾਤਮਾ ਹੈ। ਜਿਸ ਮੇਲੇ ਨਾਨਕ ਸੋ ਮੁਕਤਾ ਹੋਈ।
ਜਿਹਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ ਉਹ ਮਾੜੇ ਪਾਸਿਓਂ ਹਟ ਜਾਂਦਾ। ਬਸ ਉਹ ਮਾੜੇ ਪਾਸਿਓਂ ਹਟ ਜਾਂਦਾ ਹੈ, ਸਿੱਧੇ ਪਾਸੇ ਲੱਗ ਜਾਂਦਾ ਹੈ, ਪਰਮਾਤਮਾ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਗੌੜੀ ਗੁਆਰੇਰੀ ਮਹਿਲਾ ਪੰਜਵਾਂ, ਪੰਚਮ ਪਾਤਸ਼ਾਹ ਫਿਰ ਕਹਿੰਦੇ, ਕਲਯੁਗ ਮੈਂ ਮਿਲ ਆਏ ਸੰਜੋਗ, ਜਿਚਰ ਆਗਿਆ ਤਿਚਰ ਭੋਗੈ ਭੋਗ। ਕਲਯੁਗ ਦੇ ਵਿੱਚ, ਭਾਵ ਇਸ ਜੀਵਨ ਦੇ ਵਿੱਚ, ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਅਸੀਂ ਇੱਥੇ ਇਕੱਠੇ ਹੋਏ ਹਾਂ। ਹਸਬੈਂਡ ਵਾਈਫ ਦੇ ਤੌਰ 'ਤੇ, ਭੈਣ ਭਰਾ ਦੇ ਤੌਰ 'ਤੇ, ਕਿਸੇ ਨਾ ਕਿਸੇ ਜਨਮ 'ਚ ਅਸੀਂ ਇਕੱਠੇ ਸੀ। ਫਿਰ ਉਹ ਕਰਮ ਦੀ ਵਾਰੀ ਇਸ ਜਨਮ 'ਚ ਆ ਗਈ, ਅਸੀਂ ਇਸ ਸੰਸਾਰ 'ਚ ਇਕੱਠੇ ਹੋ ਗਏ। ਕੋਈ ਪਤੀ ਪਤਨੀ ਬਣ ਗਿਆ, ਕੋਈ ਭੈਣ ਭਰਾ ਬਣ ਗਏ, ਕੋਈ ਮਾਂ ਬਾਪ ਬਣ ਗਏ। ਕਲਯੁਗ ਮੈਂ ਮਿਲ ਆਏ ਸੰਯੋਗ, ਪਿਛਲੇ ਜਨਮ ਦੇ ਸੰਯੋਗਾਂ ਕਾਰਨ ਅਸੀਂ ਇੱਥੇ ਆ ਕੇ ਮਿਲ ਪਏ ਹਾਂ। ਜਿਚਰ ਆਗਿਆ ਤਿਚਰ ਭੋਗੈ ਭੋਗ। ਜਿੰਨਾ ਸਮਾਂ ਪਰਮਾਤਮਾ ਨੇ ਸਾਨੂੰ ਦਿੱਤਾ, ਹਸਬੈਂਡ ਵਾਈਫ ਨੂੰ, ਪਤੀ ਪਤਨੀ ਨੂੰ, ਉਹਨਾਂ ਚਿਰ ਅਸੀਂ ਭੋਗ ਭੋਗ ਰਹੇ, ਭਾਂਤ ਭਾਂਤ ਦਾ ਖਾ ਪੀ ਰਹੇ ਹਾਂ, ਖਾ ਪੀ ਰਹੇ। ਪੁਰਾਣੇ ਜ਼ਮਾਨੇ 'ਚ ਧਾਰਾ ਸੀ, ਵਿਚਾਰਧਾਰਾ ਸੀ ਕਿ ਜੇ ਪਤੀ ਮਰ ਜਾਵੇ ਤਾਂ ਪਤਨੀ ਨੂੰ ਵੀ ਨਾਲ ਹੀ ਚਿਖਾ 'ਚ ਸੜ ਕੇ ਮਰ ਜਾਣਾ ਚਾਹੀਦਾ ਹੈ, ਕਿਉਂਕਿ ਜੇ ਦੋਨੋਂ ਇਕੱਠੇ ਮਰਨਗੇ ਤਾਂ ਦੋਨੋਂ ਹੀ ਇਕੱਠੇ ਇੱਕੋ ਥਾਂ 'ਤੇ ਜਨਮ ਲੈਣਗੇ, ਫਿਰ ਉਹਨਾਂ ਦਾ ਆਪਸੀ ਪਿਆਰ ਹੋ ਜਾਏਗਾ। ਇਸ ਲਈ ਉਦੋਂ ਜਦੋਂ ਪਤੀ ਮਰਦਾ ਸੀ, ਪਤਨੀ ਵੀ ਨਾਲ ਹੀ ਅੱਗ 'ਚ ਸੜ ਕੇ ਮਰ ਜਾਇਆ ਕਰਦੀ, ਉਹਨੂੰ ਕਹਿੰਦੇ ਸਤੀ ਹੋਣਾ। ਜਦੋਂ ਸਿੱਖ ਧਰਮ ਆਇਆ ਹਿੰਦੁਸਤਾਨ ਦੇ ਵਿੱਚ, ਤੀਸਰੇ ਪਾਤਸ਼ਾਹ ਨੇ ਫਿਰ ਪ੍ਰਚਾਰ ਕੀਤਾ ਕਿ ਭਾਈ ਅਜਿਹਾ ਨਹੀਂ ਹੁੰਦਾ। ਪਤੀ ਨੇ ਹੋਰ ਕਰਮ ਕੀਤੇ ਨੇ, ਪਤਨੀ ਨੇ ਹੋਰ ਕਰਮ ਕੀਤੇ ਹੁੰਦੇ ਨੇ, ਉਹ ਆਪਣੇ ਆਪਣੇ ਕਰਮਾਂ ਅਨੁਸਾਰ ਅੱਡ ਅੱਡ ਜੂਨਾਂ 'ਚ ਚਲੇ ਜਾਂਦੇ ਹਨ। ਇਹ ਨਹੀਂ ਕਿ ਤੁਸੀਂ ਇਕੱਠੇ ਮਰ ਗਏ ਹੋ ਅਤੇ ਇਕੱਠੇ ਕਿਤੇ ਪੈਦਾ ਹੋਵੋਗੇ, ਅਜਿਹਾ ਨਹੀਂ ਹੁੰਦਾ। ਇਸ ਲਈ ਤੀਸਰੇ ਪਾਤਸ਼ਾਹ ਨੇ ਸਮਝਾਇਆ ਕਿ ਸਿੱਖਾਂ 'ਚੋਂ ਕਿਸੇ ਵੀ ਔਰਤ ਨੇ ਆਪਣੇ ਪਤੀ ਦੇ ਨਾਲ ਨਹੀਂ ਛੱਡਣਾ। ਤਾਂ ਗੁਰੂ ਮਹਾਰਾਜ ਪੰਚਮ ਪਾਤਸ਼ਾਹ ਵੀ ਕਹਿੰਦੇ, ਜਲੈ ਨਾ ਪਾਈਐ ਰਾਮ ਸਨੇਹੀ, ਕਿਰਤ ਸੰਜੋਗ ਸਤੀ ਉਠ ਹੋਈ। ਜਲੈ ਮਤਲਬ ਸੜਨ ਨਾਲ, ਜਲ ਪਾਣੀ ਵੀ ਹੁੰਦਾ, ਇੱਥੇ ਸੜਨ ਤੋਂ ਮਤਲਬ। ਜਲੈ ਨਾ ਪਾਈਐ ਰਾਮ ਸਨੇਹੀ, ਜੇ ਅਸੀਂ ਆਪਣੇ ਪਤੀ ਦੇ ਨਾਲ ਪਿਆਰ, ਭਾਵੇਂ ਕਿੰਨੇ ਉਹਦੇ ਨਾਲ ਪਿਆਰ ਹੈ, ਜੇ ਅਸੀਂ ਸੜ ਗਏ ਨਾ, ਅਗਲੇ ਜਨਮ 'ਚ ਉਹੀ ਪਤੀ ਸਾਨੂੰ ਨਹੀਂ ਮਿਲਣਾ। ਕਿਰਤ ਸੰਜੋਗ ਸਤੀ ਉਠ ਹੋਈ। ਇਹ ਤਾਂ ਪਿਛਲੇ ਜਨਮਾਂ 'ਚ ਜਿਹੜੀ ਕਿਰਤ ਕੀਤੀ ਸੀ, ਉਸ ਕਾਰਨ ਸਾਡਾ ਸੰਯੋਗ ਬਣ ਗਿਆ ਹੈ, ਅਤੇ ਜੀਵ ਇਸਤਰੀ ਭੁੱਲੀ ਹੋਈ ਸਤੀ ਹੋ ਜਾਂਦੀ ਹੈ, ਨਾਲ ਸੜ ਮਰਦੀ ਹੈ। ਇਸ ਤਰ੍ਹਾਂ ਨਹੀਂ ਕਹਿੰਦੇ ਕਰਨਾ ਚਾਹੀਦਾ। ਦੇਖਾ ਦੇਖੀ ਮਨ ਹਠ ਜਲ ਜਾਈਏ। ਦੇਖਾ ਦੇਖੀ ਵੀ ਚੱਲਦੀ ਹੈ ਸੰਸਾਰ 'ਚ, ਫਲਾਣਾ ਐਂ ਕਰਦਾ ਮੈਂ ਵੀ ਐਂ ਕਰਨਾ। ਆਹ ਫੈਸ਼ਨ ਜਿਹੜੇ ਨੇ, ਇਹ ਸਾਰਾ ਦੇਖਾ ਦੇਖੀ ਬਦਲ ਦੇਣਾ। ਇੱਕ ਨੇ ਬੈਲ ਬਾਟਮ ਪਾ ਲਈ, ਉਹਨੂੰ ਵੇਖ ਕੇ ਦੂਜੀ, ਤੀਜੀ, ਚੌਥੀ, ਪੰਜਵੀਂ, 10ਵੀਂ, 11ਵੀਂ, 100, 2000, 10,000, ਲੱਖ ਬੀਬੀਆਂ ਨੇ ਪਾ ਲਏ। ਇੱਕ ਨੇ ਚੋਲਾ ਪਾ ਲਿਆ, ਦੂਜੀ, ਤੀਜੀ, ਚੌਥੀ, ਪੰਜਵੀਂ, 6ਵੀਂ, 7ਵੀਂ। ਇਹ ਹੈਗਾ ਦੇਖਾ ਦੇਖੀ। ਇੱਕ ਨੇ ਕਾਲੇ ਕੱਪੜੇ ਪਾ ਲਏ, ਦੂਜੀ ਉਹ ਤਾਂ ਗੋਰੀ ਸੀ, ਹੁਣ ਤਾਂ ਕਾਲੇ ਕੱਪੜੇ ਪਾ ਲਏ, ਉਹਨੂੰ ਤਾਂ ਜੱਚਦੇ ਨੇ। ਕਾਲੀ ਨੇ ਵੇਖ ਕੇ ਵੀ ਕਾਲੇ ਪਾ ਲਏ, ਦੱਸ ਵੀ ਤੈਨੂੰ ਜੱਚਦੇ ਨੇ? ਪਹਿਲਾਂ ਸ਼ੀਸ਼ੇ ਤੂੰ ਆਪਣਾ ਮੂੰਹ ਵੇਖੇ? ਮੈਂ ਕਈ ਬੜਾ ਹੈਰਾਨ ਹੁੰਨਾ ਵੀ ਕਾਲੇ ਲੋਕਾਂ ਨੇ ਕਾਲੇ ਕੱਪੜੇ ਪਾਏ ਹੁੰਦੇ ਨੇ। ਦੱਸੋ, 90% ਲੋਕਾਂ ਨੂੰ ਤਾਂ ਨਾ ਪਤਾ ਹੀ ਨਹੀਂ ਵੀ ਸਾਨੂੰ ਕਿਹੜੇ ਕੱਪੜੇ ਜਚਣਗੇ, ਕਿਹੜਾ ਰੰਗ ਜਚੂਗਾ। ਨਾ ਐਵੇਂ ਪਾਈ ਜਾਂਦੇ, ਬਸ ਦੇਖਾ ਦੇਖ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਾਨੂੰ ਕਿਹੜਾ ਰੰਗ ਜਚੇਗਾ, ਅਸੀਂ ਕਿਹੜੇ ਕੱਪੜੇ ਪਾਏ। ਨਾ ਗੋਰੇ ਨੇ ਕਾਲੇ ਪਾਏ, ਕਾਲੇ ਨੇ ਵੀ ਕਾਲੇ ਪਾ ਰੱਖੇ। ਮੈਂ ਇੱਕ ਵਾਰੀ ਗੁਰਦੁਆਰੇ ਚਲਿਆ ਗਿਆ, ਉੱਥੇ ਕੀਰਤਨ ਹੋ ਰਿਹਾ,
ਸਰਦੀਆਂ ਦਾ ਮੌਸਮ ਸੀ। ਉਹਨੇ ਪੱਗ ਵੀ ਕਾਲੀ ਬੰਨੀ, ਉਹਦੀ ਦਾੜੀ ਵੀ ਕਾਲੀ, ਉਹਦਾ ਰੰਗ ਵੀ ਕਾਲਾ, ਉਹਦੇ ਕੋਟ ਵੀ ਕਾਲਾ, ਕਾਲਾ ਹੀ ਕਾਲਾ। ਬੰਦਾ ਮੇਰੇ ਵਿੱਚ ਦਿਸੇ ਹੀ ਨਾ ਵੀ ਇਹਦਾ ਮੂੰਹ ਕਿੱਥੇ ਹੈ। ਵੀ ਭਲਿਆ ਮਾਨਸਾ, ਚਲੋ ਰੰਗ ਤੇ ਪਰਮਾਤਮਾ ਨੇ ਦਿੱਤਾ, ਉਹ ਤੁਸੀਂ ਗੋਰੇ ਨਹੀਂ ਹੋ ਸਕਦੇ। ਕਾਲੇ ਕਦੀ ਨਾ ਹੋਵਨ ਬੱਗੇ, ਭਾਵੇਂ 100 ਮਣ ਸਾਬਣ ਲੱਗੇ, ਕਹਾਵਤ ਹੈ ਨਾ। ਰੰਗ ਤੇ ਕੁਦਰਤ ਵੱਲੋਂ ਮਿਲਦਾ ਹੈ, ਪਰ ਕੱਪੜੇ ਤਾਂ ਅਸੀਂ ਆਪਣੇ ਰੰਗ ਅਨੁਸਾਰ ਪਾਸਦੇ ਰਹੇ, ਕਿਹੜੇ ਠੀਕ ਰਹਿਣਗੇ। 90% ਤੱਕ ਪਾਉਣੇ ਹੀ ਨਹੀਂ ਆਉਂਦੇ। ਬਸ ਐਵੇਂ ਮੈਂ ਟੋਕਾ ਟਕਾਈ ਕਰ ਕੁਰ ਕੇ ਕਈਆਂ ਨੂੰ ਤਾਂ ਠੀਕ ਕਰ ਦੇਣਾ, ਕਈ ਫਿਰ ਢੀਠ ਹੁੰਦੇ ਵੀ ਅੱਜ ਤਾਂ ਬਾਬਾ ਜੀ ਸਾਨੂੰ ਵੇਖਣਾ, ਅਸੀਂ ਬਾਜ਼ਾਰ ਆ, ਜਿਹੜੇ ਮਰਜ਼ੀ ਫਿਰ ਪਾ ਜਾਓ। ਉਸ ਫਿਰ ਬਾਜ਼ਾਰ 'ਚ ਤਾਂ ਠੀਕ ਪਾਉਣੇ ਦੇ ਵਿੱਚ ਕਰਦੇ ਜੇ ਮਰਜ਼ੀ ਪਾ ਲਓ। ਬਹੁਤੀ ਦੁਨੀਆ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਰੰਗ ਨਾਲ ਕੱਪੜਾ ਕਿਹੜਾ ਜਚੇਗਾ। ਬਸ ਭਾਈ ਇਸੇ ਤਰ੍ਹਾਂ ਦੇਖਾ ਦੇਖੀ ਚੱਲਦਾ। ਇਹਨੂੰ ਕਹਿੰਦੇ ਨੇ ਭੇਡ ਚਾਲ। ਛੋਟਿਆਂ ਦੇ ਪੜ੍ਹਦੇ ਭੇਡ ਚਾਲ। 7ਵੀਂ 'ਚ ਮੈਂ ਹੋ ਗਿਆ, ਆਪਣੇ ਭਰਾ ਨਾਲ ਰੇਲਵੇ ਲਾਈਨ ਦੇ ਨਾਲ ਸੈਰ ਕਰ ਰਿਹਾ। ਉਹ ਮੈਨੂੰ ਸੈਰ ਕਰਦਿਆਂ ਵੀ ਪੜ੍ਹਾਉਂਦੇ ਰਹਿੰਦੇ, ਗਿਆਨ ਦਿੰਦੇ ਰਹਿੰਦੇ ਸਨ। ਉਹ ਗੱਲਾਂ ਨਹੀਂ ਸੀ, ਕਦੇ ਟੈਂਸ ਸਿਖਾਉਣ ਲੱਗ ਜਾਣਾ, ਕਦੇ ਕਿਸ ਤਰ੍ਹਾਂ ਦੱਸਣ ਲੱਗ ਜਾਣਾ। ਅਚਾਨਕ ਆ ਗਿਆ, ਮੈਂ ਜੀ ਭੇਡ ਚਾਲ ਕੀ ਹੁੰਦੀ ਹੈ? ਅੱਗੇ ਕੁਦਰਤੀ ਭੇਡਾਂ ਆ ਰਹੀਆਂ ਸਨ। ਕਹਿੰਦਾ ਲੈ ਮੈਂ ਹੁਣੀ ਦਿਖਾ ਦੂੰ ਤੈਨੂੰ। ਭੇਡਾਂ 50-60 ਆ ਰਹੀਆਂ, ਆ ਜਿਹੜੀ ਇੱਕ ਹੈ, ਮਗਰੋਂ ਗੱਡੀ ਆ ਰਹੀ ਹੈ। ਕਹਿੰਦੇ ਲੈ ਬਈ, ਜੇ ਇੱਕ ਵੀ ਭੇਡ ਲਾਈਨ ਦੇ ਵਿਚਾਲੇ ਹੋ ਗਈ ਨਾ, ਇਹਦੀਆਂ 20-25 ਭੇਡਾਂ ਮਾਰੀਆਂ ਜਾਣਗੀਆਂ। ਕਿਉਂ? ਇੱਕ ਨੂੰ ਵੇਖ ਕੇ ਦੂਜੀ, ਤੀਜੀ, ਉਹੀ ਗੱਲ ਹੋਈ ਜੀ। ਇੱਕ ਭੇਡ ਲਾਈਨ ਦੇ ਵਿਚਾਲੇ ਤੁਰਨ ਲੱਗ ਪਈ, ਦੂਜੀ ਵੀ ਉਹ ਡੰਡੇ ਮਾਰੇ ਵੀ ਲਾਈਨ ਤੋਂ ਪਰਾਂ ਹੋਈਆਂ ਹੀ ਨਹੀਂ। ਗੱਡੀ ਆਈ, 25 ਭੇਡਾਂ ਨੂੰ ਵੱਢ ਕੇ ਸੁੱਟ ਕੇ। ਉਹ ਵਿਚਾਰਾ ਰੋਵੇ ਤੇ ਅਸੀਂ ਕੀ ਕਰੀਏ? ਅਸੀਂ ਬਥੇਰੇ ਵੱਟੇ ਮਾਰਿਆ, ਰੇਲਵੇ ਲਾਈਨ ਦੇ ਨਾਲ ਵੱਟੇ ਨੇ, ਬੜੇ ਵੱਟੇ ਮਾਰੇ ਭੇਡਾਂ ਨੂੰ, ਪਰ ਕਿੱਥੇ? ਇੱਕ ਜਾ ਰਹੀ, ਦੂਜੀ, ਤੀਜੀ, ਚੌਥੀ ਪਈ ਲਾਈਨ ਬਣਾ ਲਈ, ਮਗਰ ਜਾ ਰਹੇ। ਗੱਡੀ ਆਈ, ਉਹ ਵੱਢਦੀ ਤੁਰੀ ਕੇ ਹੁੰਦੀ। ਕਹਿੰਦਾ ਵੇਖ ਲੈ ਭੇਡ ਚਾਲ। ਇਹਨੂੰ ਕਹਿੰਦੇ ਭੇਡ ਚਾਲ। ਇਹ ਨਹੀਂ ਦੇਖਿਆ ਵੀ ਅਸੀਂ ਮਰ ਜਾਵਾਂਗੇ ਨਾ। ਇਹ ਜਾ ਰਹੀ, ਮੈਂ ਵੀ ਇਹਦੇ ਮਗਰ ਜਾਣਾ, ਤੀਜੀ ਮੈਂ ਵੀ ਇਹਦੇ ਮਗਰ ਜਾਣਾ, ਚੌਥੀ ਕਹਿੰਦੇ ਮੈਂ ਵੀ ਇਹਦੇ ਮਗਰ। ਬਸ ਆਹ ਹੈ, ਉਹਨੂੰ ਕਹਿੰਦੇ ਨੇ ਦੇਖਾ ਦੇਖੀ। ਦੇਖਾ ਦੇਖੀ ਮਨ ਹੱਠ ਜਲ ਜਾਈਏ। ਔਰਤ ਸੋਚਦੀ ਹੈ ਵੀ ਉਹਦਾ ਪਤੀ ਮਰ ਗਿਆ ਸੀ, ਉਹ ਵੀ ਸੜ ਕੇ ਮਰ ਗਈ ਹੈ। ਫਲਾਣੇ ਦਾ ਪਤੀ ਮਰ ਗਿਆ, ਉਹ ਵੀ ਸੜ ਕੇ ਮਰ ਗਈ ਹੈ, ਮੈਂ ਵੀ ਸੜ ਕੇ ਮਰ ਜਾ। ਇਹ ਦੇਖਾ ਦੇਖੀ। ਜੇ ਰੋਕਦੇ ਨੇ ਉਹ ਤਾਂ ਹਠੀ ਹੈ, ਨਾ ਜੀ ਮੈਂ ਤਾਂ ਮਰਨੇ ਨਾਲ ਹੀ ਹੂੰ। ਕਿ ਦੇਖਾ ਦੇਖੀ ਤੇ ਮਨ ਹਠ ਕਾਰਨ ਸੜ ਜਾਂਦੀਆਂ ਔਰਤਾਂ। ਪ੍ਰਿਯ ਸੰਗ ਨਾ ਪਾਵੇ, ਬਹੁਤ ਜੋਨ ਭਵਾਈਏ। ਮਰਨ ਤੋਂ ਬਾਅਦ ਜਿਹੜਾ ਪਿਆਰਾ ਪਤੀ ਸੀ, ਉਹਦੀ ਸੰਗਤ ਨਹੀਂ ਮੁੜ ਕੇ ਮਿਲਦੀ, ਉਹਦੇ ਨਾਲ ਮੁੜ ਕੇ ਮੇਲ ਨਹੀਂ ਹੁੰਦਾ। ਬਸ ਅੱਡ ਅੱਡ ਜੂਨੀਆਂ 'ਚ ਭਟਕਦੀ ਰਹਿੰਦੀ, ਕਦੇ ਕਿਸੇ ਜੂਨੀ, ਕਦੇ ਕਿਸੇ ਜੂਨੀ। ਪਰਮਾਤਮਾ ਦੀ ਰਜ਼ਾ 'ਚ ਨਹੀਂ ਰਹੀ ਵੀ ਠੀਕ ਹੈ, ਜਿੰਨਾ ਚਿਰ ਸੰਬੰਧ ਸੀ ਮੇਰਾ ਪਤੀ ਜਿਵੇਂ, ਉਹ ਹੁਣ ਜਿੰਨੀ ਉਮਰ ਭੋਗ ਲਈ ਪੂਰੀ ਹੋ ਗਈ, ਮੈਂ ਹੁਣ ਬਾਕੀ ਦਾ ਜੀਵਨ ਆਪਣਾ ਚਾਹ ਤਾਂ ਦੁਬਾਰਾ ਸ਼ਾਦੀ ਕਰਾ ਲਓ ਜੇ ਛੋਟੀ ਉਮਰ ਹੈ, ਨਹੀਂ ਤਾਂ ਫਿਰ ਜੇ ਵੱਡੀ ਉਮਰ ਹੋ ਗਈ ਹੈ ਫਿਰ ਆਪਣਾ ਭਜਨ ਬੰਦਗੀ ਕਰਕੇ ਕਰੋ, ਨਾਲ ਛੱਡਣ ਦੀ ਮਰਨ ਦੀ ਲੋੜ ਨਹੀਂ ਹੈਗੀ। ਸੀਲ ਸੰਜਮ ਪ੍ਰਿਯ ਆਗਿਆ ਮਨ। ਜਿਹੜੀ ਔਰਤ ਸੀਲ ਸੁਭਾਅ ਦੀ ਹੈ, ਸਾਊ ਸੁਭਾਅ ਦੀ ਹੈ। ਕਈ ਡੰਗਰ ਬੜੇ ਸੀਲ ਸੁਭਾਅ ਦੇ ਹੁੰਦੇ, ਕਈਆਂ ਨੂੰ ਚੋਣ ਲੱਗੋ ਛੜਾਂ ਜਿਹੀਆਂ ਮਾਰੀ ਜਾਂਦੇ ਨੇ, ਕਈ ਭਾਵੇਂ ਬੱਚਾ ਵੀ ਧਾਰ ਕੱਢੇ ਕੁਛ ਨਹੀਂ ਕਹਿੰਦੇ। ਮੈਂ ਡੰਗਰਾਂ ਨੂੰ ਵੇਖਿਆ ਖੇਤੀਬਾੜੀ ਕਰਦੇ ਸੀ, ਆਹ ਗਾਈਆਂ ਨੂੰ ਤਾਂ ਬਹੁਤ ਹੀ ਔਖਾ ਕਰਦੀਆਂ ਸੀ। ਇਹ ਤਾਂ ਨਿਆਣਾ ਪਾ ਰੱਸੀ ਬੰਨ੍ਹ ਕੇ ਲੱਤਾਂ ਨੂੰ ਨਾ, ਇਹ ਤਾਂ ਚੋਣੀਆਂ ਪੈਂਦੀਆਂ, ਨਹੀਂ ਤਾਂ ਬਾਲਟੀ ਦੀ ਬਾਲਟੀ ਡੋਲੇ ਮਾਰ ਕੇ ਲੱਤ, ਉਹਦੇ ਬਾਲਟੀ ਦੁੱਧ ਦੀ ਭਰੀ ਹੋਣੀ, ਉਹਦੀ ਲੱਤ ਮਾਰਨੀ, ਚੱਲ ਸਾਰਾ ਦੁੱਧ ਡੁੱਲ ਗਿਆ। ਪਾਕਿਸਤਾਨ 'ਚ ਬਾਲਟੀ ਦੁੱਧ ਨਹੀਂ ਸਣ ਚਾਹੁੰਦੇ, ਉਹ ਸਿਆਣੇ ਸਨ ਲੋਕ।
ਦੋਣੇ 'ਚ ਚੁੰਦੇ ਸਨ, ਜਿਹਨੂੰ ਇੱਧਰ ਟੋਕੜੀ ਕਹਿੰਦੇ ਸੀ ਮਾਲ ਵਿੱਚ, ਉਧਰ ਕਹਿੰਦੇ ਸੀ ਦੋਣਾ। ਉਹ ਜੇ ਟੇਢਾ ਵੀ ਹੋ ਜਾਏ ਬਹੁਤ ਘੱਟ ਉਹ 'ਚ ਡੁੱਲਦਾ ਸੀ, ਕਿਉਂ ਉਹਦੀ ਬਨਾਵਟ ਹੀ ਇਸ ਤਰ੍ਹਾਂ ਦੀ ਹੈਗੀ, ਉਹ 'ਚ ਘੱਟ ਡੁੱਲਦਾ ਸੀ। ਜੇ ਡੰਗਰ ਮਾਰਦਾ ਵੀ ਸੀ ਪੈਰ, ਦੋਣੇ 'ਚ ਦੁੱਧ ਘੱਟ ਬਾਲਟੀ 'ਤੇ ਇੱਕਦਮ ਗਈ, ਬਸ ਸਾਰੇ ਦਾ ਸਾਰਾ ਡੁੱਲ ਜਾਂਦਾ ਸੀ। ਖੈਰ, ਜਿਹੜੀ ਔਰਤ ਸੀਲ ਸੁਭਾਅ ਦੀ ਹੈ, ਸੰਜਮ, ਜਿਹਦਾ ਆਪਣੇ ਆਪ 'ਤੇ ਕੰਟਰੋਲ ਹੈ, ਪ੍ਰਿਯ ਆਗਿਆ ਮੰਨੇ, ਅਤੇ ਜਿਹੜੀ ਆਪਣੇ ਪਤੀ ਦੀ ਆਗਿਆ 'ਚ ਰਹਿੰਦੀ ਹੈ, ਜੋ ਪਤੀ ਕਹਿੰਦਾ ਉਵੇਂ ਕਰਦੀ ਹੈ, ਉਵੇਂ ਕਰਦੀ। ਅੱਜ ਕੱਲ੍ਹ ਤਾਂ ਕਹਿੰਦੇ ਤੂੰ ਵੀ ਰਾਣੀ ਮੈਂ ਵੀ ਰਾਣੀ, ਕੌਣ ਭਰੇਗਾ ਪਾਣੀ, ਕਿਉਂਕਿ ਮੈਂ ਘੱਟ। ਉਹ ਸਮਝੋ ਅੱਜ ਤੋਂ ਗੜਬੜ ਸ਼ੁਰੂ। ਕਹਿੰਦੇ ਮੈਂ ਕੋਈ ਘੱਟ, ਅਤੇ ਫਿਰ ਮੈਨੂੰ 7ਵੀਂ ਯਾਦ ਆਉਂਦਾ, ਕਹਾਵਤ ਇੰਗਲਿਸ਼ 'ਚ ਆਈ, ਆਈ ਕੁਈਨ ਯੂ ਕੁਈਨ ਹੂ ਵਿਲ ਕੈਰੀ ਦਾ ਡਰਟ ਆਊਟ, ਇਸ ਤਰ੍ਹਾਂ ਅਸੀਂ ਕੋਈ ਨਹੀਂ, ਤੂੰ ਵੀ ਰਾਣੀ ਮੈਂ ਵੀ ਰਾਣੀ, ਕੌਣ ਭਰੇਗਾ ਪਾਣੀ। ਜਦੋਂ ਇੱਕ ਮੈਂ ਕੋਈ ਘੱਟ, ਮੈਂ ਕੋਈ ਲੋਹੇ ਦੀ ਬਣੀ ਹੋਈ ਹਾਂ, ਸਮਝੋ ਹੁਣ ਗੜਬੜ ਸ਼ੁਰੂ ਹੋ ਗਈ। ਬਾਣੀ ਕਹਿੰਦੀ ਜਿਹੜੀ ਔਰਤ ਸਾਊ ਸੁਭਾਅ ਦੀ ਹੈ, ਜਿਹਦਾ ਆਪਣੇ ਆਪ 'ਤੇ ਕੰਟਰੋਲ ਹੈ, ਜਿਹੜੇ ਪਤੀ ਦੀ ਆਗਿਆ 'ਚ ਰਹਿੰਦੀ ਹੈ, ਤਿਸ ਨਾਰੀ ਕੋ ਦੁੱਖ ਨਾ ਜ਼ਮਾਨਾ, ਉਹਨੂੰ ਜਮਾਂ ਦਾ ਦੁੱਖ ਨਹੀਂ। ਜ਼ਮਾਨਾ ਜਮਾਂ ਦਾ, ਇਹਨੂੰ ਜ਼ਮਾਨਾ ਨਹੀਂ ਬੋਲਣਾ, ਫਿਰ ਤਾਂ ਸਮਾਂ ਹੋ ਜਾਏਗਾ ਅੱਜ ਦਾ ਜਿਹੜਾ ਜ਼ਮਾਨਾ। ਜ਼ਮਾਨਾ ਜਮਾਂ ਦਾ, ਤਿਸ ਨਾਰੀ ਕੋ ਦੁੱਖ ਨਾ ਜ਼ਮਾਨਾ, ਉਹਨੂੰ ਕੋਈ ਜਮਾਂ ਦਾ ਕੋਈ ਦੁੱਖ ਨਹੀਂ ਹੁੰਦਾ, ਉਹਨੂੰ ਕੋਈ ਜਮਾਂ ਦਾ ਡਰ ਨਹੀਂ ਹੁੰਦਾ, ਕਿਉਂਕਿ ਉਹਨੇ ਵਧੀਆ ਜੀਵਨ ਜਿਵੇਂ ਹੁੰਦਾ ਹੈ। ਕਹੋ ਨਾਨਕ ਜਿਨ ਪ੍ਰਿਯ ਪਰਮੇਸ਼ਰ ਕਰ ਜਾਣਿਆ, ਜਿਸ ਔਰਤ ਨੇ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਸਮਝਿਆ। ਜਿਹੜੇ ਭਗਤ ਹੁੰਦੇ ਨਾ, ਉਹ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਪਿਆਰ ਨਹੀਂ ਕਰਦੇ। ਪਿਆਰ ਵੈਸੇ ਇੱਕ ਨਾਲ ਹੀ ਹੁੰਦਾ, ਦੋ ਨਾਲ ਪਿਆਰ ਨਹੀਂ ਹੋ ਸਕਦਾ, ਪਿਆਰ ਇੱਕ ਨਾਲ ਹੀ ਹੁੰਦਾ। ਅਤੇ ਜਿਹੜੀ ਔਰਤ ਸਿਰਫ ਅਤੇ ਸਿਰਫ ਆਪਣੇ ਪਤੀ ਨੂੰ ਪਿਆਰ ਕਰਦੀ ਹੈ, ਕਿਸੇ ਵੀ ਹੋਰ ਬੰਦੇ ਨੂੰ ਪਤੀ ਦੇ ਬਰਾਬਰ ਨਹੀਂ ਸਮਝਦੀ, ਕਿਸੇ ਵੀ ਹੋਰ ਬੰਦੇ ਨਾਲ ਸਰੀਰਕ ਸੰਬੰਧ ਕਾਇਮ ਨਹੀਂ ਕਰਦੀ, ਉਹ ਕਹਿੰਦੇ ਜਿਸ ਔਰਤ ਨੇ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਸਮਝਿਆ, ਧਨ ਸਤੀ ਦਰਗਾਹ ਪਰਵਾਨੇ। ਅਸਲ 'ਚ ਉਹ ਸਤੀ ਹੈ, ਉਹਨੂੰ ਸਤੀ ਹੋਣ ਦੀ ਲੋੜ ਨਹੀਂ, ਉਹ ਜਿਉਂਦੇ ਜੀ ਹੀ ਸਤੀ ਹੈ। ਉਹਨੂੰ ਜਿਹੜਾ ਹੈ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੀ ਹੈ, ਉਹ ਪਰਮਾਤਮਾ ਦੀ ਦਰਗਾਹ 'ਚ ਪਹੁੰਚਦੀ ਹੈ। ਗੌੜੀ ਗੁਆਰੇਰੀ ਮਹਿਲਾ ਪੰਜਵਾਂ। ਹਮ ਧਰਵੰਤ ਭਾਗਟ ਸਚ ਨਾਈ, ਸੱਚ ਨਾਈ ਪਰਮਾਤਮਾ ਦੇ ਨਾਮ ਨਾਲ। ਪਰਮਾਤਮਾ ਦਾ ਨਾਮ ਜਪ ਜਪ ਕੇ ਅਸੀਂ ਭਾਗਠ ਭਾਗਾਂ ਵਾਲੇ, ਅਸੀਂ ਭਾਗਾਂ ਵਾਲੇ ਹੋ ਗਏ, ਧਨਵੰਤ ਧਨਵਾਨ ਹੋ ਗਏ ਹਾਂ। ਸਾਡੇ ਕੋਲੇ ਨਾਮ ਧਨ ਹੈ। ਯਾਦ ਰੱਖਿਓ, ਸੰਸਾਰਕ ਧਨ ਨਾਲ, ਜੇ ਤੁਹਾਡੇ ਕੋਲ ਸੰਸਾਰਕ ਧਨ ਹੈ, ਤੁਹਾਡੇ ਕੋਲ ਨਾਮ ਧਨ ਨਹੀਂ ਹੋ ਸਕਦਾ। ਪਰ ਜੇ ਤੁਹਾਡੇ ਕੋਲ ਨਾਮ ਧਨ ਹੈ ਤਾਂ ਸੰਸਾਰਕ ਧਨ ਆਪਣੇ ਆਪ ਹੀ ਆ ਜਾਂਦਾ, ਉਹ ਆਪਣੇ ਆਪ ਹੀ ਆ ਜਾਂਦਾ। ਕੱਲ ਕੇ ਪਰਸੋਂ ਚੌਥੇ ਉਦਾਹਰਣ ਮੈਂ ਦਿੱਤੇ, ਉਹੀ ਤਾਂ ਦਾਤੇ ਦਾ ਦਿੱਤਾ, ਮੇਰੇ ਕੋਲ ਬਹੁਤ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ। ਪਰ ਮੈਂ ਆਖਿਆ ਵੀ ਤਜਰਬਾ ਕਰਕੇ ਵੇਖਣ। ਗੁਰਬਾਣੀ ਚਾਹੁੰਦੇ ਨਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪਰਮਾਤਮਾ ਦਾ ਸਿਮਰਨ ਕਰਨਾ ਧਨ ਦੌਲਤ ਪ੍ਰਾਪਤ ਹੁੰਦਾ। ਪਰਮਾਤਮਾ ਦਾ ਸਿਮਰਨ ਕਰਨਾ ਰੱਬੀ ਮਤ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ।
मैं क्या जी पहली लाइन है, प्रभ कै सिमरन रिद्ध सिद्ध नौ निध, इसे लाइन का मैं जाप 1 महीना करके देखिया बई जिहड़ा है, क्योंकि एक एक लाइन च शक्ति है गुरबाणी की। हालांकि लिखे प्रभ कै सिमरन रिद्ध सिद्ध नौ निध, भी परमात्मा का सिमरन करने नाल धन दौलत मिलता है नहीं। जिस लाइन में जो लिखा होया है तुसी उस लाइन का वारी वारी जाप करते रहो, तुहानूं वही चीज़ प्राप्त हो जाएगी। 1 महीना मैं करेगा, उड़दा बैठदा तुरदा फिरदा, प्रभ कै सिमरन रिद्ध सिद्ध नौ निध, प्रभ कै सिमरन रिद्ध सिद्ध नौ निध, प्रभ कै सिमरन रिद्ध सिद्ध नौ निध। 1 महीने बाद मैनू टैलीफोन आया फॉरन कंट्री तक बंदे का कि बाबा जी मैं तुहाडे अकाउंट विच 50,000 रुपया पाता। मैं भी वो कहदा तुसी साडे बड़े काम कीते ने, ते मैं क्या चल बाबा जी नूं भेज दो पैसे। मैं भी देख भरावा मैनूं तां लोड़ नहीं है, कल्ला मैं बंदा, रोटी मैनूं संगत खुआंदी है, कपड़े भी संगत दिंदी है, आ बिजली का खर्चा जा चाह पानी का थोड़े खर्चा, मेरे तो खर्चा कोई नहीं। 44,000 रुपये मैनूं पेनशन मिलती है, 16,000 रुपये मैनूं ब्याज मिलती है, 60,000 रुपये महीना मेरी आमदन है, कल्ला मैं बंदा। ना जी मैं तो भेजता जी, जो मर्जी करो जी। लो जी 1 महीना जाप किया, 50,000 रुपया आ गया। प्रभ कै सिमरन रिद्ध सिद्ध नौ निध। 3 दिन बाद अमरीका तो एक बीबी आई, कहते आ लो जी 11,000। मैं नहीं बीबा मैनू नहीं पैसे चाहिए, ना जी मैं तो हुण लै आई, आ लो जी। 1 महीने 61,000 रुपया मैनू मिल गया। मैं चल ये तो मैं तजर्बा करना सी, मैं हुण इस लाइन तो की लेना, मैं हुण वो लाइन छड्डती भी, हुण मैनूं धन दौलत चाहिदा नहीं हैगा। हुण मैं जिहड़ी दूजी लाइन है प्रभ कै सिमरन ज्ञान ध्यान तत बुद्ध, बस ਉਹਦਾ हुण जाप करदा भी चलो रब्बी मत पैदा हो जाए, ब्रह्म ज्ञान प्राप्त हो जाए। मैं तां तुहाडे नाल साਂਝੀ ਕੀਤੀ गल बई जिंदगी धक्के तोड़े खाण दी लोड़ नहीं। एक एक लाइन विच इतनी शक्ति है, सारे गुरुओं से कितनी होएगी तुसीं अंदाजा लाओ। लाल चंद पंडित पंजोखड़े दा आ जवाक जिन्हों गुरु मनते ने, 6-7 साल का बच्चा कदे गुरु है जी, इनू की ज्ञान हो सकता जी। ऐ कहा करे सिखा नूं, सिखा ने आके गुरु महाराज सुना 8वें पातशाह भी ऐ कहते जी, कहते उन्होंने सद लियो। उन्होंने कहा तेन गुरु महाराज सद दें। हाँ जी पंडित जी तुहानूं की शंक है? कही मैनूं ये शंक है भी गुरु बनने तो बंदा बहुत विद्वान चाहिए, उन्हें बड़े धार्मिक ग्रंथ पढ़े होने चाहिए ने, वो ज्ञानवान होना चाहिए, पर तुहाडी उम्र तो 7 कुछ साल की लगती है, 6-7 साल की, भी तुहानूं कित्थों इन्ना ज्ञान होएगा भी तुहानूं गुरु बनाता है। वो कहते देख तू की पूछना चाहुंदा? कहते जी मैं तां मन्नागा तुहानूं तुसीं गीता के श्लोकां के अर्थ कर दो। वो संस्कृत च लिखी हुई गीता। वो कहते देख जे असी अर्थ करते तू समझे गुरु दे पुत्र सन, उसके घर टीचर रख के पढ़ाता हो, तू अपने पिंड का कोई अनपढ़ बंदा लिया, असी उसे तो करा देंगे। ले अनपढ़ के भी कर, तू कदे लेता छज्जू च्योर सी अनपढ़, उन्होंने लै। हुण तो सरोवर है पंजोखड़े, वो छपड़ी होंदी सी। उन्होंने कहते भाई की नाम तेरा? कहता मेरा नाम छज्जू। भाई छज्जू आ 5 इशनाना कर ला। 5 इशनाने का मतलब है दोनों हाथ धोने, दोनों पैर धोने ते मूँह धोना। 5 इशनाना कर ला। वधिया एक चौंकी डाहती गुरु महाराज अपने कोल नेड़े, उस चौंकी ते बिठा लिया। सामने पंडित जी बैठे ने। गुरु महाराज ने अपनी सोटी छज्जू च्योर दे सिर ते रखती।
ਜੋਈ ਸੋਟੀ ਸਿਰ 'ਤੇ ਰੱਖੀ, ਹੁਣ ਤਾਂ ਸਭ ਕੁਛ ਆ ਗਿਆ। ਕਹਿੰਦੇ ਪੰਡਤ ਜੀ ਬੋਲੋ। ਪੰਡਤ ਜੀ ਗੀਤਾ ਦੇ ਵਿੱਚ ਸ਼ਲੋਕ ਬੋਲਦੇ ਨੇ ਅਤੇ ਛੱਜੂ ਵਿਦਵਾਨਾਂ ਦੀ ਤਰ੍ਹਾਂ ਉਹਦੀ ਕਥਾ ਕਰ ਰਿਹਾ। 5-7 ਸ਼ਲੋਕਾਂ ਜਦੋਂ ਕਥਾ ਕੀਤੀ ਨਾ, ਉਹ ਨਾ ਚਰਨਾਂ 'ਤੇ ਟਹਿ ਪਿਆ ਗੁਰੂ ਮਹਾਰਾਜ। ਕਹਿੰਦੇ ਮਹਾਰਾਜ ਜੀ ਜੇ ਤੁਹਾਡੀ ਸੋਟੀ 'ਚ ਇੰਨੀ ਸ਼ਕਤੀ ਹੈ, ਇੱਕ ਅਨਪੜ੍ਹ ਨੂੰ ਇੰਨਾ ਵਿਦਵਾਨ ਬਣਾ ਸਕਦੀ ਹੈ, ਤੁਹਾਡੇ 'ਚ ਕਿੰਨੀ ਕੁ ਸ਼ਕਤੀ ਹੋਵੇਗੀ। ਵੀ ਤੁਹਾਡੀ ਤਾਂ ਬਹੁਤ ਹੀ ਸ਼ਕਤੀ ਹੋਣੀ ਹੈ, ਜਿਹਦੀ ਸੋਟੀ 'ਚ ਇੰਨੀ ਸ਼ਕਤੀ ਹੈ। ਅਤੇ ਉਹਨਾਂ ਨੂੰ ਸ਼ਕਤੀ ਕਿੱਥੋਂ ਮਿਲੀ ਜੀ? ਨਾਮ ਜਪ ਜਪ ਕੇ ਮਿਲੀ। ਪਿਛਲੇ ਜਨਮਾਂ ਦੀ ਵੀ ਬਹੁਤ 8ਵੇਂ ਪਾਤਸ਼ਾਹ ਦੀ ਕਮਾਈ ਸੀ। 5.25 ਸਾਲ ਕੁੱਲ ਉਮਰ ਸੀ 8ਵੇਂ ਪਾਤਸ਼ਾਹ ਜਦੋਂ ਗੁਰੂ ਬਣ ਗਏ, ਸਿਰਫ 5.25 ਸਾਲ। ਆ ਜਵਾਕ ਛੋਟਾ ਜਿਹਾ ਹੁੰਦਾ। ਮਗਰਲੇ ਜਨਮਾਂ ਦੀ ਇੰਨੀ ਕਮਾਈ ਸੀ ਕਿ ਉਹ ਜਿਹੜਾ ਹੈ ਜਨਮ ਤੋਂ ਹੀ ਬ੍ਰਹਮ ਗਿਆਨੀ ਹੀ ਉਹ ਪੈਦਾ ਹੋਏ। ਸੋ ਇਹ ਬਾਣੀ ਜਿਹੜੀ ਹੈ ਇੱਕ ਇੱਕ ਪੰਕਤੀ ਸ਼ਕਤੀਸ਼ਾਲੀ ਹੈ। ਸਿਰਫ ਅਸੀਂ ਤਜਰਬੇ ਨਹੀਂ ਕਰਦੇ, ਇਹਦਾ ਲਾਭ ਨਹੀਂ ਉਠਾਉਂਦੇ। ਪੰਚਮ ਪਾਤਸ਼ਾਹ ਕਹਿੰਦੇ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਲਿਖਣਾ ਸੀ, ਪੋਥੀਆਂ ਸਾਰੀਆਂ ਆ ਗਈਆਂ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਪਿਓ ਦਾਦੇ ਦਾ, ਆਪਣੇ ਪਹਿਲੇ ਗੁਰੂਆਂ ਦਾ, ਗੁਰੂ ਨਾਨਕ ਤੋਂ ਲੈ ਕੇ ਚੌਥੇ ਪਾਤਸ਼ਾਹ, ਜਦੋਂ ਮੈਂ ਕਹਿੰਦਾ ਬਾਣੀ ਪੜ੍ਹੀ ਨਾ, ਕਹਿੰਦਾ ਮੈਨੂੰ ਤਾਂ ਗਿਆਨ ਦਾ ਭੰਡਾਰ ਮੇਰੇ ਅੰਦਰ ਪੈਦਾ ਹੋ ਗਿਆ। ਵੀ ਹੈ ਇੰਨਾ ਗਿਆਨ, ਇੰਨਾ ਗਿਆਨ। ਇਹ ਬਾਣੀ ਹੈ, ਇਹਨੂੰ ਕਹਿੰਦੇ ਸੱਚੀ ਬਾਣੀ, ਇਹਨੂੰ ਕਹਿੰਦੇ ਰੱਬੀ ਬਾਣੀ। ਜਿਵੇਂ ਰੱਬ ਸ਼ਕਤੀਸ਼ਾਲੀ ਹੈ ਨਾ, ਇਹ ਰੱਬ ਦੇ ਬੋਲ ਨੇ, ਇਹ ਵੀ ਸ਼ਕਤੀਸ਼ਾਲੀ ਨੇ। ਇਸ ਲਈ ਬਾਣੀ ਪੜ੍ਹਿਆ ਕਰੋ ਭਾਈ, ਨਾਮ ਜਪਿਆ ਕਰੋ, ਤਾਂ ਜੋ ਤੁਹਾਡੀ ਕਿਸਮਤ ਬਦਲ ਜਾਏ, ਤੁਹਾਡੀ ਬੈਡ ਲੱਕ ਤੋਂ ਗੁੱਡ ਲੱਕ ਹੋ ਜਾਏ, ਤੁਹਾਡੀ ਗਰੀਬੀ ਦੂਰ ਹੋ ਜਾਏ, ਤੁਸੀਂ ਅਮੀਰ ਹੋ ਜਾਵੋ। ਯਾਦ ਰੱਖੋ, ਪੈਸੇ ਉੱਤੋਂ ਨਹੀਂ ਡਿੱਗਣੇ। ਕਿਤੇ ਕਹੋ ਉੱਤੋਂ ਪਤਾ ਨਹੀਂ ਕੋਈ ਬੋਰੀ ਥੈਲੇ ਡਿੱਗੇਗਾ ਪੈਸੇ ਹੁੰਦੇ, ਨਹੀਂ। ਤੁਸੀਂ ਜਿਸ ਕੰਮ ਨੂੰ ਹੱਥ ਪਾਓਗੇ ਉਹਦੇ 'ਚ ਹੀ ਲਾਭ ਹੋਣਾ ਤੁਹਾਨੂੰ ਸ਼ੁਰੂ ਹੋ ਜਾਏਗਾ, ਤੁਸੀਂ ਹੌਲੀ ਹੌਲੀ ਅਮੀਰ ਹੋਣਾ ਸ਼ੁਰੂ ਹੋ ਜਾਓਗੇ। ਉਦਾਹਰਣ ਮੈਂ ਇਸ ਲਈ ਦਿੱਤੀ ਸੀ ਤਾਂ ਜੋ ਤੁਹਾਨੂੰ ਕੋਈ ਪ੍ਰੇਰਨਾ ਮਿਲ ਸਕੇ। ਮੈਂ ਮਾਇਆ ਲਈ ਨਹੀਂ ਸੀ ਕੀਤਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਦਾਤਾ ਦੀ ਕਿਰਪਾ ਹੈ। ਬਚਪਨ ਤੋਂ ਹੀ ਮੈਂ ਕਹਿੰਦੇ ਗਰੀਬੀ ਇਸ ਤਰ੍ਹਾਂ ਨਹੀਂ ਵੇਖੀ ਹੈਗੀ। ਮੈਂ 20 ਸਾਲ ਦਾ ਸੀ ਅਤੇ ਟੀਚਰ ਲੱਗ ਗਿਆ ਸੀ। 20 ਸਾਲ ਤੋਂ ਲੈ ਕੇ 35 ਸਾਲ 15 ਸਾਲ ਦਾ ਮੈਂ ਇਕੱਲਾ ਹੀ ਰਿਹਾ। ਫਿਰ ਕਮਾਉਣਾ, ਆਪਣਾ ਵਧੀਆ ਖਾਣਾ ਪੀਣਾ। 35 ਸਾਲ ਦੀ ਉਮਰ 'ਚ ਜਾ ਕੇ ਸ਼ਾਦੀ ਹੋਈ। ਜੋ ਸ਼ਾਦੀ ਹੋਈ, ਜਿੰਨੀ ਤਨਖਾਹ ਮੇਰੀ ਸੀ ਉਨੀ ਮੇਰੀ ਘਰ ਵਾਲੇ ਦੀ ਸੀ। ਚਲੋ ਇਹ ਤਾਂ ਮਤਲਬ ਉਹਦੇ ਕੋਲ ਅਤੇ ਮੇਰੀ ਮੇਰੇ ਕੋਲ ਉਸਤਰੀ ਰਹੇ, ਮੌਜ ਰਹੇ। ਸੋ ਜੋ ਗਰੀਬੀ ਹੁੰਦੀ ਹੈ ਉਹ ਨਹੀਂ ਮੈਂ ਦੇਖੀ ਹੋਈ, ਪਰ ਗਰੀਬਾਂ ਨੂੰ ਮੈਂ ਜ਼ਰੂਰ ਦੇਖਿਆ ਹੈ। ਗਰੀਬਾਂ ਨੂੰ ਮੈਂ ਬਹੁਤ ਨਜ਼ਦੀਕ ਤੋਂ ਵੇਖਿਆ ਹੋਇਆ ਕਿ ਵਿਚਾਰੇ ਕਿੰਨਾ ਜੀਵਨ ਔਖਾ ਇਹਨਾਂ ਲੋਕਾਂ ਦਾ। ਸੋ ਖੈਰ, ਉਦੋਂ ਨਾ ਗਿਆਨ ਸੀ ਭਜਨ ਬੰਦਗੀ ਦਾ, ਅਤੇ ਨਾ ਕੋਈ ਇਹਨਾਂ ਗੱਲਾਂ ਦਾ, ਨਾ ਕਿਸੇ ਨੇ ਕੁਛ ਦੱਸਿਆ। ਇਹੋ ਜਿਹੇ ਲੋਕਾਂ ਦੇ ਘਰਾਂ 'ਚ ਪੈਦਾ ਹੋਏ, ਪਰ ਜਿਹੋ ਜਿਹੇ ਪੈਦਾ ਹੋਣੇ ਉਹੋ ਜਿਹੇ ਅੱਗੇ ਬੱਚੇ ਨੇ ਹੋਣਾ ਹੁੰਦਾ ਹੈ। ਖੈਰ, ਫਿਰ ਜਦੋਂ ਹੌਲੀ ਹੌਲੀ ਇਸ ਪਾਸੇ ਮੈਂ ਲੱਗਾ, ਬਾਣੀ ਨੂੰ ਮੈਂ ਅਰਥਾਂ ਸਮੇਤ ਪੜ੍ਹਿਆ, ਫਿਰ ਮੈਂ ਦੇਖਿਆ ਵੀ ਇਹਦੇ ਜਿਹਦਾ ਬਹੁਤ ਕੁਛ ਹੈ। ਇਹ ਤਾਂ ਬੇਅੰਤ ਸ਼ਕਤੀਆਂ ਦੀ ਮਾਲਕ ਹੈ। ਫਿਰ ਜਿਹੜਾ ਹੈ ਕਈ ਘੰਟੇ ਮੈਂ ਬਾਣੀ ਪੜ੍ਹਦਾ ਰਹਿੰਦਾ, ਵਿਚਾਰ ਕਰਦਾ ਰਹਿੰਦਾ ਸੀ। ਤਾਂ ਸਾਰਾ ਕੁਝ ਸੁਣਾਉਣ ਤੋਂ ਮੇਰਾ ਮਤਲਬ ਇਹ ਹੈ ਕਿ ਭਾਈ ਬਾਣੀ ਪੜ੍ਹਿਆ ਕਰੋ, ਜਿੰਨਾ ਸਮਾਂ ਮਿਲੇ ਨਾਮ ਜਪੋ, ਬਾਣੀ ਪੜ੍ਹੋ। ਨਾਲ ਸਾਨੂੰ ਦੇ ਹੁਕਮ ਆਇਓ ਪੜ੍ਹਨ ਸੁਣਨ ਕੋ ਬਾਣੀ, ਨਾ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਇਹ ਪ੍ਰਾਣੀ, ਤੂੰ ਤੇ ਬਾਣੀ ਪੜ੍ਹਨ ਤੇ ਸੁਣ ਲਈ ਆਇਆ, ਤੂੰ ਤਾਂ ਆਏ ਇਸ ਕੰਮ ਮੇ। ਵੀ ਜੇ ਨਹੀਂ ਪੜ੍ਹਨੀ ਹੁੰਦੀ ਤਾਂ ਸੁਣੋ, ਅਤੇ ਜੇ ਪੜ੍ਹਨੀ ਹੁੰਦੀ ਇਸ ਨੂੰ ਪੜ੍ਹੋ। ਆਇਓ ਸੁਣਨ ਪੜ੍ਹਨ ਕੋ ਬਾਣੀ, ਤੂੰ ਤੇ ਬਾਣੀ ਪੜ੍ਹਨ ਤੇ ਸੁਣ ਲਈ ਆਏ ਭਾਈ।
ਸੋ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਮ ਧਨਵੰਤ ਭਾਗਟ ਸੱਚ ਨਾ। ਪਰਮਾਤਮਾ ਦੇ ਨਾਮ ਨੇ ਸਾਨੂੰ ਭਾਗਾਂ ਵਾਲੇ ਬਣਾਤਾ। ਧਨਵੰਤ ਸਾਨੂੰ ਧਨਵਾਨ ਬਣਾ ਦਿੱਤਾ। ਸਾਡੇ ਕੋਲ ਨਾਮ ਧਨ ਹੈ। ਜਿਹਦੇ ਕੋਲ ਨਾਮ ਧਨ ਹੁੰਦਾ ਉਹਦੇ ਕੋਲ ਸੰਸਾਰਿਕ ਧਨ ਆਪੇ ਆ ਜਾਂਦਾ ਹੈ। ਨਾਮ ਜਪਣ ਵਾਲਾ ਬੰਦਾ ਗਰੀਬ ਨਹੀਂ ਹੁੰਦਾ। ਖਿਆਲ ਰੱਖੋ, ਜਿਹੜੇ ਸਿਰਫ ਮਾਇਆ ਕਮਾਉਂਦੇ ਉਹਨਾਂ ਕੋਲ ਮਾਇਆ ਤੇ ਹੁੰਦੀ ਹੈ, ਉਹਨਾਂ ਕੋਲ ਨਾਮ ਧਨ ਨਹੀਂ ਹੁੰਦਾ। ਪਰ ਜਿਹਦੇ ਕੋਲ ਨਾਮ ਧਨ ਹੁੰਦਾ ਉਹਦੇ ਕੋਲ ਮਾਇਆ ਆਪਣੇ ਆਪ ਹੁੰਦੀ ਹੈ। ਆ ਸੰਤਾਂ ਮਹਾਤਮਾ ਕੋਲ ਤਾਂ ਕਿੰਨੀ ਮਾਇਆ। ਕੋਈ ਖੇਤੀਬਾੜੀ ਤਾਂ ਨਹੀਂ ਕਰਦੇ, ਕੋਈ ਨੌਕਰੀ ਤਾਂ ਨਹੀਂ ਕਰਦੇ, ਕੋਈ ਦਿਹਾੜੀ ਤਾਂ ਨਹੀਂ ਕਰਦੇ, ਨਾਮ ਜਪਦੇ ਨੇ, ਜਪਾਉਂਦੇ ਨੇ। ਦੇਖੋ ਕਿਆ ਬੜੇ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ, ਮਹਿੰਗੇ ਤੋਂ ਮਹਿੰਗੇ ਚੋਲੇ ਹੈ, ਕਿੰਨੇ ਅੱਗੇ ਚੇਲੇ ਬਾਲ ਕੇ ਉੱਥੇ ਡੇਰਾ ਸੇਵਾ ਕਰਨ ਵਾਲੇ ਹੁੰਦੇ ਨੇ। ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਹੁੰਦੀ, ਕਿਉਂਕਿ ਨਾਮ ਧਨ ਹੈ ਕੋਲ। ਨਾਮ ਧਨ ਕਾਰਨ ਸੰਸਾਰਿਕ ਧਨ ਵੀ ਹੈ। ਕੋਲ ਨਾਮ ਧਨ ਹੈ, ਇਸ ਕਰਕੇ ਸੰਸਾਰਿਕ ਧਨ ਹੈ। ਪਰ ਜਿਹਦੇ ਕੋਲ ਨਿਰਾ ਸੰਸਾਰਿਕ ਧਨ ਹੁੰਦਾ ਉਹਦੇ ਕੋਲ ਨਾਮ ਧਨ ਨਹੀਂ ਹੁੰਦਾ, ਉਹ ਘਾਟੇ 'ਚ ਰਹਿੰਦਾ। ਨਾਮ ਜਪਣ ਵਾਲੇ ਕੋਲ ਦੋਨੋਂ ਚੀਜ਼ਾਂ ਹੁੰਦੀਆਂ, ਨਾਮ ਧਨ ਵੀ ਹੁੰਦਾ, ਮਾਇਆ ਵੀ ਹੁੰਦੀ ਹੈ। ਪਰ ਜਦ ਨਿਰਾ ਮਾਇਆ ਉਹਦੇ ਕੋਲ ਮਾਇਆ ਹੁੰਦੀ ਹੈ, ਉਹਦੇ ਕੋਲ ਨਾਮ ਧਨ ਨਹੀਂ ਹੁੰਦਾ। ਇਸ ਲਈ ਨਾਮ ਵੀ ਜਪਿਆ ਕਰੋ। ਜਿੱਥੇ ਗੁਰੂ ਮਾਂ ਨੇ ਸਾਨੂੰ ਕਿਰਤ ਕਰਨ ਲਈ ਕਿਹਾ ਨਾ, ਕਿਰਤ ਕਰੋ, ਆਪਣਾ ਪਰਿਵਾਰ ਪਾਲ ਲਓ, ਨਾਲ ਭਜਨ ਬੰਦਗੀ ਕਰੋ। ਹਮ ਧਨਵੰਤ ਭਾਗਟ ਸੱਚ ਨਾਏ। ਭਾਗਟ ਦਾ ਭਾਗਾਂ ਵਾਲੇ। ਪਰਮਾਤਮਾ ਦਾ ਨਾਮ ਜਪ ਜਪ ਕੇ ਅਸੀਂ ਭਾਗਾਂ ਵਾਲੇ ਹੋ ਗਏ, ਅਸੀਂ ਅਮੀਰ ਹੋ ਗਏ। ਹਰ ਗੁਣ ਗਾਵੇਂ ਸਹਿਜ ਸੁਭਾਏ। ਅਸੀਂ ਸਹਿਜ ਸੁਭਾਈ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ। ਉਹਦਾ ਨਾਮ ਜਪਣਾ, ਵਾਹਿਗੁਰੂ 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 ਕਰਨਾ, ਇਹਦੇ ਗੁਣ ਗਾਉਣੇ। ਬਾਣੀ ਪੜ੍ਹਨਾ ਵੀ ਉਹਦੇ ਗੁਣ ਗਾਉਣਾ ਹੈ। ਅਸੀਂ ਸਹਿਜ ਸੁਭਾਅ ਕਹਿੰਦਾ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਾਂ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਪੰਚਮ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਆਪਣੇ ਵੱਡੇ ਵਡੇਰਿਆਂ ਦਾ ਪਾਸੜ ਜਿਹੜੇ ਪਹਿਲਾਂ ਗੁਰੂ ਹੋ ਗਏ, ਉਹਨਾਂ ਦੀ ਬਾਣੀ ਰੂਪੀ ਖਜ਼ਾਨੇ ਨੂੰ ਫਰੋਲ ਕੇ ਵੇਖਿਆ ਤਾਂ ਮੇਰੇ ਮਨ 'ਚ ਗਿਆਨ ਦਾ ਭੰਡਾਰ, ਨਿਧਾਨਾ ਭੰਡਾਰ, ਨਾਮ ਬਣਦਾ ਭੰਡਾਰ ਮੇਰੇ ਕੋਲ ਹੋ ਗਿਆ। ਰਤਨ ਲਾਲ ਜਾ ਕਾ ਕਛੂ ਨਾ ਮੋਲ। ਇਹ ਬਾਣੀ ਤੇ ਕਹਿੰਦਾ ਹੀਰੇ ਜਵਾਹਰ ਰਤਨ ਇਤਨਾ ਕੀਮਤੀ ਹੈ, ਇਹ ਤਾਂ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਰਤਨ ਲਾਲ ਬਹੁਤ ਕੀਮਤੀ ਪੱਥਰ ਗਿਣੇ ਗਏ ਨੇ, ਹੀਰੇ ਰਤਨ ਲਾਲ ਮੋਤੀ। ਕਹਿੰਦੇ ਇਹ ਤਾਂ ਬਾਣੀ ਜਿਹੜੀ ਹੈ ਐ ਜਿਵੇਂ ਰਤਨ ਹੋਣ, ਲਾਲ ਹੋਣ, ਹੀਰੇ ਹੋਣ, ਮੋਤੀ ਹੋਣ, ਜਾ ਕਾ ਕਛੂ ਨਾ ਮੋਲ, ਜਿਹਦਾ ਕੁਝ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਪਰੇ ਭੰਡਾਰ ਅਖੂਟ ਅਤੋਲ। ਇਹ ਤਾਂ ਹੀਰੇ ਜਵਾਹਰਾਤਾਂ ਦੇ ਗੁਰਬਾਣੀ ਭੰਡਾਰ ਭਰੇ ਪਏ ਨੇ, ਅਖੂਟ ਅਮੁੱਕ ਨੇ, ਮੁੱਕੜੇ ਨਹੀਂ ਹੈਗੇ, ਅਤੋਲ ਜਿਹੜੇ ਤੋਲੇ ਹੀ ਨਹੀਂ ਜਾਸਦੇ, ਐਡੇ ਭੰਡਾਰ ਨੇ ਤੇ ਨਾਮ। ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਸ ਨਾਮ ਬਾਣੀ ਨੂੰ ਜਿਹੜੇ ਖਾਂਦੇ ਨੇ, ਖਰਚਦੇ ਨੇ, ਭਾਵ ਜਿਹੜੇ ਬਾਣੀ ਨਾਮ ਬਾਣੀ ਜਪਦੇ ਨੇ, ਪੜ੍ਹਦੇ ਨੇ, ਦੂਜਿਆਂ ਨਾਲ ਰਲ ਮਿਲ ਕੇ ਪੜ੍ਹਦੇ ਨੇ, ਫਿਰ ਉਹਨਾਂ ਦਾ ਜਿਹੜਾ ਨਾਮ ਧਨ ਹੈ, ਨਾਮ ਦਾ ਜਿਹੜਾ ਖਜ਼ਾਨਾ ਹੈ, ਉਹ ਵੱਧਦਾ ਰਹਿੰਦਾ। ਤੋਟ ਨਾ ਆਵੇ, ਕਮੀ ਨਹੀਂ ਆਉਂਦੀ, ਵੱਧ ਹੋ ਜਾਏ। ਇਹ ਨਾਮ ਧਨ ਉਹਨਾਂ ਦਾ ਵੱਧਦਾ ਹੋ ਜਾਂਦਾ। ਸੋ ਸਤ ਸੰਗਤ ਹੈ, ਆਪਾਂ ਰਲ ਮਿਲ ਕੇ ਪਰਮਾਤਮਾ ਦੀ ਵਡਿਆਈ ਸਿਫਤ ਸਲਾਹ ਕਰ ਰਹੇ ਹਾਂ। ਇਹ ਸਾਰਾ ਨਾਮ ਧਨ ਆਪਣੇ ਆਪ ਹੀ ਇਕੱਠਾ ਹੋ ਜਾਂਦਾ ਹੈ। 1 ਘੰਟਾ ਆਪ ਜੀ ਪਰਮਾਤਮਾ ਦੀ ਸਿਫਤ ਸਲਾਹ ਸੁਣੋਗੇ, ਬਾਣੀ ਦੀ ਕਥਾ ਵਾਰਤਾ ਸੁਣੋ। ਇੱਕ ਵਾਰ ਵੀ ਤੁਸੀਂ ਮੂੰਹੋਂ ਵਾਹਿਗੁਰੂ ਕਹਿ ਤਾ ਨਾ, ਪਰਮਾਤਮਾ ਤੁਹਾਨੂੰ ਇਹਦਾ ਵੀ ਫਲ ਦੇਣਾ। ਇਹਨੂੰ ਵੀ ਐਵੇਂ ਚਲਿਆ ਜਾਏਗਾ ਨਾ, ਇਹਦਾ ਫਲ ਮਿਲਣਾ। ਅਤੇ ਜੇ ਤੁਸੀਂ 1 ਘੰਟਾ ਬਾਣੀ ਪੜ੍ਹ ਲਈ ਤਾਂ ਕਿੰਨਾ ਫਲ ਮਿਲੇਗਾ ਤੁਸੀਂ ਆਪ ਅੰਦਾਜ਼ਾ ਲਾ ਲਓ।
तो जे तुसी कई साल बाणी पढ़ते नाम जा किन्ना फल मिलेगा अंदाजा ही नहीं लाया जा सकता। इसलिए कहते ये वधदा जांदा धन, ये जो तोट कमी कहते, कोई कमी नहीं इस होंदी। कहो नानक जिस मस्तक लेख लिखाए, जिन्हें मत्थे ते कहते लिखा के लिया ना भी तू सतसंगत करेंगा, तू बाणी पढ़ेगा, तू नाम जपेंगा। कहो नानक जिस मस्तक लेख लिखाए, मत्थे ते जिहदे लेख लिखे हुए ना, सो एत खजाने लैर लाए, उसनूं इस खजाने च रला लेंदे ने, उन्होंने सतसंग च रला लेंदे ने। आ जाओ भाई आपां रल के नाम जपीए, रल के परमात्मा की सिफत सलाह करें, वो सतसंगत सुप रूपी खजाने च रल जाता है। अगे कहते गौड़ी महला पंजवां, डर डर मरते जब जानिए दूर, डर चूका देखिया भरपूर। जदों असीं परमात्मा नूं दूर समझदे सी, वो तो जी सचखंड च बैठा है जी, वो तो पता नहीं किड्डी एक दूर है जी, ਉਹਦਾ ਸੰਸਾਰਕ ਡਰ ਸਾਨੂੰ ਲੱਗਦੇ ਰਹਿੰਦੇ ਸਨ। ਅਸੀਂ ਡਰ ਡਰ ਕੇ ਮਰੀ ਜਾਂਦੇ, ਕਦੇ ਚੋਰਾਂ ਦਾ ਡਰ, ਕਦੇ ਡਾਕੂਆਂ ਦਾ ਡਰ, ਕਦੇ ਦੁਸ਼ਮਣ ਦਾ ਡਰ, ਕਦੇ ਰਾਤ ਦਾ ਡਰ। ਦਿਨੇ ਸਾਨੂੰ ਡਰ ਘੱਟ ਹੈ, ਰਾਤ ਨੂੰ ਜ਼ਿਆਦਾ ਹੁੰਦਾ, ਚੋਰਾਂ ਡਾਕੂ ਲੁਟੇਰਿਆਂ ਦਾ। ਇਸ ਲਈ ਰਾਤ ਨੂੰ ਜਦੋਂ ਤੁਸੀਂ ਸੌਂਦੇ ਹੋ, ਅੰਦਰ ਕੁੰਡੀਆਂ ਲਾ ਕੇ ਸੌਂਦੇ ਹੋ ਨਾ, ਰਾਤ ਨੂੰ ਜਿਹੜਾ, ਕਿਉਂ ਇਹ ਜਿੰਨੇ ਭੈੜੇ ਕੰਮ ਕਰਨ ਵਾਲੇ ਨੇ ਇਹ ਰਾਤਾਂ ਨੂੰ ਜਾਗਦੇ ਨੇ। ਅਤੇ ਜੇ ਆਪਾਂ ਦਰਵਾਜ਼ੇ ਖੁੱਲ੍ਹੇ ਰਹਿਣ ਦਿੱਤੇ, ਵੈਸੇ ਤਾਂ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਸਾਡੇ ਘਰ ਚੋਰ ਨਹੀਂ ਵੜ ਸਕਦਾ, ਉਹਦਾ ਹੁਕਮ ਹੋਊਗਾ ਤਾਂ ਚੋਰ ਆਊਗਾ। ਜੇ ਉਹਦਾ ਹੁਕਮ ਨਹੀਂ, ਭਾਵੇਂ ਤੁਹਾਡਾ ਦਰਵਾਜ਼ਾ ਖੁੱਲ੍ਹਾ, ਤੁਸੀਂ ਘਰ ਹੈ ਨਹੀਂ ਹੈ, ਨਹੀਂ ਆਏਗਾ। ਜਦੋਂ ਉਹਦਾ ਹੁਕਮ ਹੋ ਗਿਆ, ਤੁਹਾਡੇ ਜੰਦਰੇ ਨੂੰ ਵੀ ਉਹਨੇ ਤੋੜ ਦੇਣਾ। ਪਰ ਸਿਆਣੇ ਕਹਿੰਦੇ ਨੇ ਜਿਸ ਦਿਨ ਮਰਨਾ ਹੈ, ਅਸੀਂ ਮਰਨਾ ਤਾਂ ਉਸੇ ਦਿਨ ਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸੜਕ ਦੇ ਵਿਚਾਲੇ ਤੁਰਨ ਲੱਗ ਜਾਈਏ। ਲੈ ਜਿੱਦੇ ਮਰਨਾ ਉਦੋਂ ਹੀ ਮਰਨਾ ਹੈ, ਤਾਂ ਸੜਕ ਦੇ ਵਿਚਾਲੇ ਨਹੀਂ ਤੁਰਨਾ ਚਾਹੀਦਾ, ਸੜਕ ਦੇ ਪਾਸੇ ਤੁਰਨਾ ਚਾਹੀਦਾ, ਬਚਾਅ ਫਿਰ ਵੀ ਰੱਖਣਾ ਚਾਹੀਦਾ। ਜਿਸ ਦਿਨ ਸਾਡਾ ਨੁਕਸਾਨ ਹੋਣਾ ਉਹਦੇ ਹੋ ਹੀ ਜਾਣਾ, ਪਰ ਫਿਰ ਵੀ ਸਾਡਾ ਫਰਜ਼ ਬਣਦਾ ਆਪਣਾ ਬਚਾਅ ਕਰਨਾ, ਆਪਣਾ ਬਚਾਅ ਕਰਨਾ। ਹੁਣ ਦੇਖੋ 24 ਘੰਟੇ ਹਰ ਵਕਤ ਸਾਡਾ ਘਰ ਖੁੱਲ੍ਹਾ ਰਹਿੰਦਾ, ਬਾਹਰਲਾ ਗੇਟ ਕਿਉਂ, ਅਖੰਡ ਪਾਠ ਹੁੰਦੇ ਰਹਿੰਦੇ ਨੇ, 4 ਪਾਠੀ ਆਏ 4 ਚਲੇ ਗਏ, ਖੁੱਲ੍ਹਾ ਹੀ ਰਹਿੰਦਾ। ਪਰ ਦਾਤੇ ਦੀ ਕਿਰਪਾ ਹੈ, ਅਜੇ ਤੱਕ ਕੋਈ ਚੀਜ਼ ਨਹੀਂ ਚੱਕ ਕੇ ਲੈ ਕੇ ਗਏ, ਨਹੀਂ ਤਾਂ ਕੁਰਸੀਆਂ ਸਾਡੀ ਲੈ ਚੱਕ ਕੇ ਵਿਹੜੇ 'ਚ ਪਈਆਂ ਵੀ ਚਲਾ ਹੀ ਲੈ ਜਾਓ, ਜਾਂਦੇ ਜਾਂਦੇ। ਘਰ ਤਾਂ ਖੁੱਲ੍ਹਾ ਹੀ ਆ, ਘਰ ਤਾਂ ਖੁੱਲ੍ਹਾ ਹੀ। ਜਿੱਦੇ ਕਿਤੇ ਉਹਦਾ ਹੁਕਮ ਹੋ ਗਿਆ, ਉਹਦੇ ਲੰਘਦਾ ਜੀ ਕਰ ਰਿਹਾ, ਯਾਰ ਕੋਈ ਵੀ ਨਹੀਂ ਹੈ, ਆ ਲਈ ਚਲੋ ਸਿਰ 'ਤੇ ਧਾਰੇ 2 ਕੁਰਸੀਆਂ, ਕੰਮ ਹੋਣਗੀਆਂ। ਕੁਛ ਨਾ ਹੁਣ ਆਮ ਲਾਗੇ ਨੇ ਜਿਹੜੇ ਫੋਟੋ ਖਿੱਚ ਕੈਮਰੇ, ਉਹਨਾਂ ਦਾ ਵੀ ਡਰ ਹੈ ਵੀ ਘਰ ਘਰ ਕੈਮਰੇ ਲੱਗੇ ਨੇ ਅਤੇ ਉਹ ਪਹਿਚਾਣ ਆ ਜਾਣੀ ਹੈ, ਅਤੇ ਫਿਰ ਕੁਟਾਪਾ ਬੜਾ ਉਹਨੇ ਫੜ ਅਗਲੇ ਲੈਣਾ, ਪਹਿਚਾਣ ਲੈਣ, ਵਿਆਹ ਰਹਿਣਾ। ਇਹਦਾ ਵੀ ਡਰ ਬਹੁਤ ਹੋ ਗਿਆ ਹੈ। ਬਾਹਰਲੇ ਦੇਸ਼ ਜਿਹੜੀ ਟਿਕਟਕਾਈ ਹੋਈ ਹੈ ਨਾ ਲੁੱਟਾਂ ਖੋਹਾਂ ਦੀ, ਇਸੇ ਕਾਰਨ ਹੋ ਗਈ। ਉੱਥੇ ਘਰ ਘਰ ਕੈਮਰੇ ਲੱਗੇ ਹੋਏ ਨੇ। ਇੱਥੇ ਤਾਂ ਆਪਣੇ ਅਮੀਰਾਂ ਨੇ ਲਵਾਏ, ਆਮ ਲੋਕਾਂ ਨੇ ਲਵਾਏ ਹੋਏ, ਅਤੇ ਸਭ ਦੇ ਲੱਗੇ ਹੋਏ ਨੇ। ਵੀ ਤੂੰ ਜਾਂਦਾ ਕਿੱਥੇ ਚੱਕੇ ਚੀਜ਼, ਕੁੱਟ ਮਾਰ ਕਰਕੇ ਲੁੱਟਖੋ ਕਰ ਜਾਂਦਾ ਕਿੱਥੇ? ਹਾਂ, ਜਿੱਧਰ ਉਤਰੇ ਉੱਧਰ ਹੀ ਫੋਟੋ ਆਈ ਜਾਂਦੀ ਕੈਮਰਿਆਂ 'ਚ। ਬਾਕੀ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ, ਉਹ ਨਾ ਲੰਘਦੇ ਨੂੰ ਸਮੱਤ ਦੇ ਦਿੰਦਾ ਵੀ ਗੁਰੂ ਘਰ ਦੀ ਚੀਜ਼ ਨਹੀਂ ਚੱਕੀ ਦਿੰਦੀ, ਬੜਾ ਵੱਡਾ ਪਾਪ ਹੁੰਦਾ। ਕਿਉਂ? ਆਪਾਂ ਕਿਸੇ ਦੇ ਘਰ ਚੋਰੀ ਕੀਤੀ ਅਤੇ ਫੜੇ ਗਏ, ਜਾ ਕੇ ਗੁਰੂ ਮਹਾਰਾਜ ਦੇ ਤਰਲੇ ਕੱਢਾਂਗੇ, ਸੱਚੇ ਪਾਤਸ਼ਾਹ ਬਚਾ ਲਓ, ਮੈਂ ਅੱਗੇ ਤੋਂ ਨਹੀਂ ਕਰਦਾ, ਹਾਂਜੀ ਕਰ ਲਓ। ਅਤੇ ਜੇ ਅਸੀਂ ਗੁਰੂ ਦੀ ਚੋਰੀ ਕਰ ਲਈ ਤਾਂ ਫਿਰ ਕਿੱਥੇ ਜਾਵਾਂਗੇ? ਫਿਰ ਅਸੀਂ ਕਿਸੇ ਅੱਗੇ ਤਰਲਾ ਵੀ ਨਹੀਂ ਕਰ ਸਕਦੇ। ਉਹ ਕਹ ਤੂੰ ਤਾਂ ਮੈਨੂੰ ਨਹੀਂ ਛੱਡਿਆ, ਤੂੰ ਤਾਂ ਮੈਨੂੰ ਨਹੀਂ ਛੱਡਿਆ, ਬਖਸ਼ਿਆ, ਤੈਨੂੰ ਕੌਣ ਬਖਸ਼ੇਗਾ? ਗੁਰੂ ਘਰ ਦੀ ਕੋਈ ਚੀਜ਼ ਚੱਕਣਾ ਇਹ ਬਹੁਤ ਵੱਡਾ ਪਾਪ ਹੁੰਦਾ ਹੈ। ਗੁਰੂ ਘਰ ਦੀ ਕਦੇ ਕੋਈ ਚੀਜ਼ ਨਹੀਂ ਚੱਕੀ।
ਬਿਨਾਂ ਕਮੇਟੀ ਦੀ ਆਗਿਆ ਦੇ ਕਦੇ ਕੋਈ ਚੀਜ਼ ਵਰਤੀ ਦੀ ਨਹੀਂ ਹੁੰਦੀ। ਵੀ ਕੋਈ ਨਹੀਂ ਵੇਖ ਰਿਹਾ ਜੀ, ਇਸ ਨਾਲ ਨਹੀਂ ਲੈਣ ਦੇ। ਗੁਰੂ ਮਹਾਰਾਜ ਵੇਖ ਰਹੇ ਨੇ। ਜਿਹਦਾ ਘਰ ਹੈ ਨਾ, ਗੁਰੂ ਘਰ ਕਹਿ ਰਹੇ ਨਾ, ਉਹ ਤਾਂ ਸਦਾ ਹੀ ਜਾਗਦਾ। ਗੁਰੂ ਸਦਾ ਹੀ ਜਾਗਦਾ ਹੈ। ਇਸ ਲਈ ਗੁਰੂ ਘਰ ਦੀ ਕਦੇ ਕੋਈ ਚੀਜ਼ ਨਹੀਂ ਚੁੱਕੀ ਦੀ। ਗੁਰੂ ਦੀ ਗੋਲਕ 'ਚੋਂ ਕਦੇ ਚੋਰੀ ਨਹੀਂ ਕਰੀਦੀ ਹੁੰਦੀ। ਕਈ ਲੋਕਾਂ ਨੋਟਿਸ 'ਚ ਆਉਂਦਾ ਗੋਲਕ ਚੱਕ ਕੇ ਲੈ ਗਏ ਜੀ ਗੁਰਦੁਆਰੇ 'ਚੋਂ, ਚੋਰ ਆਉਂਦੇ ਨੇ। ਛੁਟਕਾਰਾ ਹੀ ਨਹੀਂ, ਕਈ ਜਨਮ ਹੋਣਾ। ਗਰੀਬੀ ਰਹੂਗੀ, ਜ਼ੋਰ ਲਾਲ ਜਿਹੜਾ ਮਰਜ਼ੀ ਹੈ, ਜਿਸ ਕੰਮ ਨੂੰ ਹੱਥ ਪਾਉਣਗੇ ਉੱਥੇ ਪਿੱਛੇ ਚੱਲੇ, ਘਾਟਾ ਹੀ ਘਾਟਾ ਰਹਿਣਾ। ਇਸ ਲਈ ਖਿਆਲ ਰੱਖਣੇ ਕਿ ਕਦੇ ਵੀ ਗੁਰੂ ਘਰ ਦੀ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਜ਼ਿੰਦਗੀ 'ਚ ਪਹੁੰਚਾਉਣਾ, ਨਹੀਂ ਤਾਂ ਮੁਆਫੀ ਨਹੀਂ ਮਿਲਣੀ ਹੈਗੀ। ਸੋ ਗੁਰੂ ਮਹਾਰਾਜ ਡਰ ਡਰ ਮਰਤੇ ਜਬ ਜਾਨੀਏ ਦੂਰ। ਜਦੋਂ ਪਰਮਾਤਮਾ ਨੂੰ ਅਸੀਂ ਦੂਰ ਸਮਝਿਆ, ਅਸੀਂ ਡਰਦੇ ਰਹਿੰਦੇ ਸੀ, ਕਦੇ ਕਿਸੇ ਤੋਂ ਕਦੇ ਕਿਸੇ ਤੋਂ। ਡਰ ਚੁੱਕਾ ਦੇਖਿਆ ਭਰਪੂਰ। ਜਦੋਂ ਅਸੀਂ ਪਰਮਾਤਮਾ ਨੂੰ ਹਰ ਥਾਂ 'ਤੇ ਵੇਖਿਆ ਕਿ ਪਰਮਾਤਮਾ ਤਾਂ ਸਭ ਥਾਂ 'ਤੇ ਹੈ, ਕੋਈ ਐਸੀ ਥਾਂ ਹੀ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ, ਸਾਡਾ ਡਰ ਖਤਮ ਹੋ ਗਿਆ। ਸਾਡਾ ਡਰ ਖਤਮ ਹੋ ਗਿਆ ਜਦੋਂ ਦੇਖਿਆ ਨਹੀਂ, ਪਰਮਾਤਮਾ ਤਾਂ ਸਭ ਥਾਂ 'ਤੇ ਹੈ, ਅਤੇ ਪਰਮਾਤਮਾ ਦੇ ਹੁੰਦਿਆਂ ਮੈਨੂੰ ਕਾਹਦਾ ਡਰ ਹੈ। ਜਿਵੇਂ ਬੱਚਾ ਛੋਟਾ ਹੈ, ਪਿਤਾ ਦੇ ਨਾਲ ਜਾ ਰਿਹਾ ਹੈ, ਪਿਤਾ ਦਾ ਹੱਥ ਫੜਿਆ ਹੋਇਆ ਬੱਚੇ ਨੇ। ਸਿਆਣਪ ਹੁੰਦੀ ਹੈ ਕਿ ਬੱਚੇ ਦਾ ਹੱਥ ਫੜ ਲਈ ਜਾਂਦਾ। ਕਈ ਵਾਰੀ ਅਸੀਂ ਆਪਣਾ ਹੱਥ ਬੱਚੇ ਨੂੰ ਫੜਾਉਂਦੇ ਹਾਂ, ਨਹੀਂ, ਬੱਚੇ ਦਾ ਹੱਥ ਫੜਨਾ ਚਾਹੀਦਾ ਤਾਂ ਜੋ ਹੱਥ ਛੁਡਾ ਨਾ ਸਕੇ। ਨਹੀਂ ਤਾਂ ਬੱਚਾ ਥੋੜ੍ਹਾ ਬੇਧਿਆਨ ਹੋਇਆ, ਤੁਹਾਡਾ ਹੱਥ ਛੱਡ ਦੇਗਾ, ਤੁਸੀਂ ਅੱਗੇ ਲੰਘ ਜਾਓ, ਬੱਚਾ ਕਿਤੇ ਪਿੱਛੇ ਰਹਿ ਜਾਏਗਾ। ਬੱਚੇ ਦਾ ਹੱਥ ਫੜ ਕੇ, ਉਂਗਲ ਫੜੋ, ਉਹਦਾ ਹੱਥ ਫੜੋ, ਫਿਰ ਉਹ ਨਾਲ ਤੋਰੀ ਜਾਓ। ਰਾਤ ਪੈ ਗਈ ਹੈ, ਬੱਚਾ ਨਹੀਂ ਡਰੇਗਾ ਕਿਉਂਕਿ ਉਹਦਾ ਬਾਪ ਨਾਲ ਹੈ। ਬਾਪ ਜ਼ਰੂਰ ਡਰੇਗਾ, ਕੋਈ ਚੋਰ ਨਾ ਮਿਲ ਜਾਏ, ਕੋਈ ਡਾਕੂ ਨਾ ਮਿਲ ਜਾਏ, ਕੋਈ ਲੁਟੇਰਾ ਨਾ ਮਿਲ ਜਾਏ, ਰਾਤ ਪੈ ਰਹੀ ਹੈ। ਪਿਤਾ ਡਰੇਗਾ, ਬੱਚਾ ਨਹੀਂ ਡਰੇਗਾ। ਬੱਚਾ ਕਿਉਂ ਨਹੀਂ ਡਰੇਗਾ? ਉਹ ਤੁਸੀਂ ਮੇਰਾ ਬਾਪ ਹੈ ਮੇਰੇ ਨਾਲ, ਮੈਨੂੰ ਕਾਹਦਾ ਡਰ ਹੈ। ਇਸ ਤਰ੍ਹਾਂ ਜਦੋਂ ਸਾਨੂੰ ਪਤਾ ਲੱਗਿਆ ਪਰਮਾਤਮਾ ਸਭ ਥਾਂ 'ਤੇ ਹੈ, ਸਾਡਾ ਡਰ ਖਤਮ ਹੋ ਜਾਏਗਾ ਵੀ ਸਾਡੇ ਨਾਲ ਤਾਂ ਪਰਮਾਤਮਾ ਹੈ, ਅਤੇ ਸਾਨੂੰ ਕੌਣ ਡਰਾ ਸਕਦਾ ਹੈ। ਇਸ ਲਈ ਫਿਰ ਡਰ ਖਤਮ ਹੋ ਜਾਏਗਾ। ਸਤਿਗੁਰ ਆਪਣੇ ਕੋ ਬਲਿਹਾਰੈ, ਛੋੜ ਨਾ ਜਾਈ ਸਰ ਪਰ ਧਰੈ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਕਿਉਂਕਿ ਜਿਹੜਾ ਗੁਰੂ ਮਹਾਰਾਜ ਆਪਣੇ ਸਿੱਖ ਨੂੰ ਛੱਡ ਕੇ ਨਹੀਂ ਜਾਂਦਾ, ਹਰ ਹਾਲਤ ਆਪਣੇ ਸਿੱਖ ਦਾ ਪਾਰ ਉਤਾਰਾ ਕਰਦਾ ਹੈ। ਜਿਹਦੀ ਬਾਂਹ ਗੁਰੂ ਮਹਾਰਾਜ ਫੜ ਲੈਣਾ, ਗੁਰੂ ਮਹਾਰਾਜ ਕਦੇ ਉਹਦੀ ਬਾਂਹ ਨਹੀਂ ਛੱਡਦੇ। ਗੁਰੂ ਮਹਾਰਾਜ ਦੀ ਬਾਂਹ ਨਹੀਂ ਛੱਡਦੇ, ਪਾਰ ਉਤਾਰਾ ਕਰ ਦਿੰਦੇ ਨੇ ਉਸ ਦਾ। ਕੋਸ਼ਿਸ਼ ਕਰੋ ਆਪਣਾ ਹੱਥ ਗੁਰੂ ਨੂੰ ਫੜਾਉਣ ਦੀ। ਜੇ ਅਸੀਂ ਗੁਰੂ ਦਾ ਹੱਥ ਫੜ ਲਿਆ ਨਾ, ਔਰ ਰੰਗ ਤਮਾਸ਼ੇ ਜਦੋਂ ਸੰਸਾਰ ਦੇ ਵੇਖੇ, ਬਈ ਗੁਰੂ ਮਹਾਰਾਜ ਤੇ ਕਦੇ ਸ਼ਰਾਬ ਨਹੀਂ ਪੀਣੀ, ਗੁਰੂ ਮਹਾਰਾਜ ਤੇ ਕਹਿੰਦੇ ਮੀਟ ਨਹੀਂ ਖਾਣਾ, ਗੁਰੂ ਮਹਾਰਾਜ ਤੇ ਕਹਿੰਦੇ ਆਹ ਨਹੀਂ ਕਰਨਾ, ਉਹ ਨਹੀਂ ਕਰਨਾ ਹੈ, ਇਹ ਤਾਂ ਬਈ ਕੰਮ ਔਖਾ ਹੈ, ਛੱਡ ਦਿਓ ਗੁਰੂ ਦਾ ਹੱਥ। ਛੱਡਦਾ ਚਲੋ, ਪਰ ਜੇ ਗੁਰੂ ਮਹਾਰਾਜ ਸਾਡਾ ਹੱਥ ਫੜ ਲੈਣ, ਫਿਰ ਅਸੀਂ ਉਹਨਾਂ ਤੋਂ ਛੁਡਾ ਨਹੀਂ ਸਕਦੇ। ਫਿਰ ਉਹ ਜਿੱਥੇ ਚੱਲੇ ਨੇ ਸਾਨੂੰ ਨਾਲ ਹੀ ਲੈ ਕੇ ਜਾਣਗੇ। ਇਸ ਕਰਕੇ ਮੈਂ ਕਹਿੰਦਾ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਛੋੜ ਨਾ ਜਾਈ ਸਰ ਪਰ ਧਰੈ। ਉਹ ਮੈਨੂੰ ਛੱਡ ਕੇ ਨਹੀਂ ਜਾਏਗਾ, ਹਰ ਹਾਲਤ ਸਰ ਪਰ ਹੁੰਦਾ, ਹਰ ਹਾਲਤ ਮੇਰਾ ਪਾਰ ਉਤਾਰਾ ਕਰੇਗਾ। ਦੁਖ ਰੋਗ ਸੋਗ ਬਿਸਰੈ ਜਬ ਨਾਮ। ਦੁਖ ਰੋਗ ਸੋਗ ਬਿਸਰੈ ਜਬ ਨਾਮ। ਜਦੋਂ ਪਰਮਾਤਮਾ ਦਾ ਨਾਮ ਭੁੱਲਦੇ ਨਾ, ਦੁੱਖ ਰੋਗ ਅਤੇ ਸੋਗ, ਅਫਸੋਸ, ਇਹ ਸਾਰੇ ਸ਼ੁਰੂ ਹੋ ਜਾਂਦੇ ਨੇ। ਇਹ ਸਾਰੇ ਲੱਗ ਜਾਂਦੇ ਨੇ ਜਦੋਂ ਪਰਮਾਤਮਾ ਦਾ ਨਾਮ ਭੁੱਲਦਾ ਹੈ। ਇਹ ਦੁੱਖ ਵੀ ਲੱਗ ਜਾਂਦੇ ਨੇ, ਰੋਗ ਵੀ ਲੱਗ ਜਾਂਦੇ ਨੇ, ਸੋਗ ਵੀ ਹੁੰਦਾ। ਸਦਾ ਆਨੰਦ ਜਾਂ ਹਰ ਗੁਣ ਗਾਮ। ਅਤੇ ਜਦੋਂ ਹਰੀ ਦੇ ਗੁਣ ਗਾਏ ਸਦਾ ਹੀ ਆਨੰਦ, ਉਹਦੇ ਆਨੰਦ। ਤਾਂ ਕਹਿੰਦੇ
ਅਬਿਨਾਸ਼ੀ ਖੇਮ ਸਦਾ ਰਹਿਣ ਵਾਲੀ ਖੁਸ਼ੀ। ਅਬਿਨਾਸ਼ੀ ਸਦਾ ਰਹਿਣ ਵਾਲੀ ਖੇਮ ਖੁਸ਼ੀ। ਅਬਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਜੇ ਤੂੰ ਸਦਾ ਹੀ ਖੁਸ਼ ਰਹਿਣਾ ਚਾਹੁੰਦਾ ਫਿਰ ਸਦਾ ਹੀ ਪਰਮਾਤਮਾ ਦਾ ਨਾਮ ਜਪ। ਅਸੀਂ 10 ਮਿੰਟ ਨਾਮ ਜਪ ਕੇ 24 ਘੰਟੇ ਖੁਸ਼ ਰਹਿਣਾ ਚਾਹੁੰਦੇ, ਇਸ ਤਰ੍ਹਾਂ ਨਹੀਂ ਹੈ। ਕਹਿੰਦੇ ਜੇ ਤੂੰ ਸਦਾ ਖੁਸ਼ ਰਹਿਣਾ ਚਾਹੁੰਦਾ ਫਿਰ ਸਦਾ ਹੀ ਨਾਮ ਜਪ, ਸਦਾ ਹੀ ਨਾਮ ਜਪ। ਸਦਾ ਆਨੰਦ ਜਾਂ ਹਰ ਗੁਣ ਗਾ। ਜਦੋਂ ਹਰੀ ਦੇ ਗੁਣ ਗਾਇਦੇ ਨੇ ਸਦਾ ਹੀ ਆਨੰਦ। ਇਸ ਲਈ ਭਾਈ ਜਿੰਨਾ ਵੀ ਜ਼ਿੰਦਗੀ ਸਮਾਂ ਮਿਲੇ ਵਾਹਿਗੁਰੂ ਹੈਰੂ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਤਾਂ ਜੋ ਜੀਵਨ ਜਿਹੜਾ ਹੈ ਉਹ ਲੇਖੇ ਲੱਗੇ। ਕਿਰਤ ਤੇ ਅਸੀਂ ਕਰਨੀ ਹੈ, ਸਾਨੂੰ ਹੁਕਮ ਹੈ, ਅਸੀਂ ਆਪਣਾ ਪਰਿਵਾਰ ਪਾਲਣਾ। ਕੋਈ ਕੰਮ ਕਰਾਂਗੇ ਉਹਦੇ ਬਦਲੇ ਸਾਨੂੰ ਪੈਸਾ ਮਿਲੇਗਾ, ਪੈਸੇ ਨਾਲ ਪਰਿਵਾਰ ਪਾਲਾਂਗੇ। ਅਤੇ ਉਹਦੇ ਨਾਲ ਜਿੰਨਾ ਸਮਾਂ ਮਿਲੇ ਆਪਣਾ ਭਜਨ ਬੰਦਗੀ ਕਰਕੇ ਆਪਣੇ ਸਮੇਂ ਨੂੰ ਸਫਲਾ ਕਰਨਾ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।